ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਅੱਜ ਦਾ ਸਾਡਾ ਵਿਸ਼ਾ ਆ ਕਿ ਕਮਜ਼ੋਰ ਜਿਹੜਾ ਵਿਰੋਧੀ ਧਿਰ ਲੋਕਤੰਤਰ ਦੇ ਲਈ ਖਤਰਾ ਹੈ, ਤੇ ਦੂਜੇ ਪਾਸੇ ਜਦੋਂ ਕਿਸਾਨੀ ਅੰਦੋਲਨ ਦੇ ਦੌਰਾਨ ਆਵਾਜ਼ ਉੱਠਦੀ ਆ ਕਿ ਲੋਕਤੰਤਰ ਨੂੰ ਕਿੱਦਾਂ ਬਚਾਇਆ ਜਾਏ। ਖੇਤੀ ਕਾਨੂੰਨ ਰੱਦ ਵੀ ਹੋ ਜਾਣ ਤਾਂ ਵੀ ਜੇਕਰ ਤੁਸੀਂ ਸਰਕਾਰ ਬਦਲੀ ਦੀ ਵੀ ਗੱਲ ਕਰੋ ਕਿ ਅਗਲੀ ਸਰਕਾਰ ਆ ਜਾਵੇ ਤਾਂ ਅਗਲੀ ਸਰਕਾਰ ਕੀ ਕਰ ਸਕਦੀ ਹੈ। ਕੀ ਅਗਲੀ ਸਰਕਾਰ ਦੇ ਆਉਣ ਦੇ ਨਾਲ ਕਿਸਾਨੀ ਸੰਕਟ ਜਾਂ ਕਹਿ ਲਓ ਕਿ ਲੋਕਾਂ ਦੇ ਦਰਮਿਆਨ ਜਿਹੜਾ ਆਰਥਿਕ ਸੰਕਟ ਹੈ ਉਹ ਉਸ ਨੂੰ ਕਿਸ ਤਰ੍ਹਾਂ ਉਸ ਦੇ ਨਾਲ ਨਜਿੱਠਿਆ ਜਾਏਗਾ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਹਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ ਜੀ। ਹਮੀਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀ ਧਿਰਾਂ ਕਿੱਦਾਂ ਮਜ਼ਬੂਤ ਹੋ ਸਕਦੀਆਂ ਅੱਜ ਦੇ ਸੰਦਰਭ ਦੇ ਵਿੱਚ, ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਬੀਜੇਪੀ ਜਿਹੜੀ ਹੈ ਉਹ ਇੱਕ ਮਜ਼ਬੂਤ ਪਾਰਟੀ ਹੋਣ ਦੇ ਕਾਰਨ ਲਗਾਤਾਰ ਆਪਣੇ ਬਿੱਲ ਜਾਂ ਕਹਿ ਲਓ ਕਿ ਆਪਣੇ ਫੈਸਲੇ ਉਹ ਤਾਨਾਸ਼ਾਹੀ ਢੰਗ ਦੇ ਨਾਲ ਉਹ ਲਾਗੂ ਕਰਵਾਉਂਦੇ ਜਾ ਰਹੇ ਨੇ। ਨਹੀਂ, ਮੈਨੂੰ ਲੱਗਦਾ ਕਿ ਵਿਰੋਧੀ ਹੋਣ ਦੇ ਜਾਂ ਵਿਰੋਧੀ ਪਾਰਟੀਆਂ ਦੇ ਰੋਲ ਦੇ ਵੀ ਦੋ ਵੱਖ-ਵੱਖ ਪਹਿਲੂ ਨੇ, ਕੋਈ ਇੱਕ ਨਹੀਂ ਹੈ। ਔਰ ਉਹਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਬੀਜੇਪੀ ਇਕੱਲੀ ਮਜ਼ਬੂਤ ਦਾ ਸਵਾਲ ਨਹੀਂ ਹੈ ਕਿ ਜਿਹੜੇ ਵੱਡੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਬੀਜੇਪੀ ਚੱਲਦੀ ਹੈ ਉਹਦੇ ਬਾਰੇ ਵਿਚਾਰਧਾਰਕ ਕਨਫਿਊਜ਼ਨ ਹੈ, ਵਿਚਾਰਧਾਰਕ ਉਲਝਣਾਂ ਨੇ। ਔਰ ਜਿੰਨੇ ਵੀ ਬੀਜੇਪੀ ਨੇ ਫੈਸਲੇ ਕੀਤੇ ਨੇ ਇਸ ਤੋਂ ਪਹਿਲਾਂ, ਉਹ ਵਿਰੋਧੀ ਪਾਰਟੀਆਂ ਵੀ ਉਹ ਤੋਂ ਅਲੱਗ ਸਟੈਂਡ ਨਹੀਂ ਲੈ ਰਹੀਆਂ ਵਿਚਾਰਧਾਰਕ ਤੌਰ ਤੇ। ਬਹੁਤ ਛੋਟੀ ਧਿਰ ਹੈ ਜਿਹੜੀ ਸਟੈਂਡ ਲੈ ਰਹੀ। ਮੰਨ ਲਓ 370 ਧਾਰਾ ਲਾਗੂ ਕਰਤੀ ਤੇ ਤੋੜ ਕੇ ਜੰਮੂ ਕਸ਼ਮੀਰ ਬਣਾਤਾ, ਕਿਹੜੀ ਪਾਰਟੀ ਨੇ ਸਟੈਂਡ ਲਿਆ ਉਸ ਤੇ ਮੇਨ? ਕਿਉਂਕਿ ਵਿਚਾਰਧਾਰਕ ਤੌਰ ਤੇ ਤੁਸੀਂ ਵੀ, ਤੁਹਾਡੇ ਖਿਲਾਫ ਵੀ ਹੈ ਵੀ ਦੇਸ਼ ਧਰੋਹੀ ਹੋ ਜਾਊਗਾ, ਫਲਾਨਾ ਹੋ ਜਾਊਗਾ। ਇਹਦੇ ਤੇ ਇਹੀ ਨਾਗਰਿਕ ਸੋਧ ਬਿੱਲ ਦਾ ਸਵਾਲ ਹੈ, ਇਹੀ UAPA ਦਾ ਸਵਾਲ ਹੈ, ਇਹੀ ਜਿੰਨੇ ਵੀ ਕਾਨੂੰਨ ਬਣੇ ਨੇ ਇਹ ਤੇ ਕੀ ਸਟੈਂਡ ਲਏ ਨੇ। ਪਹਿਲਾਂ ਈਵਨ ਖੇਤੀ ਕਾਨੂੰਨਾਂ ਤੇ ਵੀ ਕੀ ਸਟੈਂਡ ਲਿਆ। ਉਹ ਤਾਂ ਅੰਦੋਲਨ ਹੀ ਐਡਾ ਵੱਡਾ ਬਣ ਗਿਆ, ਹੁਣ ਵਿਰੋਧੀਆਂ ਦੀ ਮਜਬੂਰੀ ਬਣ ਗਈ ਕਿ ਉਹ ਇਹਦੇ ਤੇ ਗੱਲ ਕਹਿ ਰਹੇ ਨੇ। ਔਰ ਤੁਸੀਂ ਦੇਖੋ ਕਿ ਵਿਰੋਧੀ ਧਿਰ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਵੋਟਾਂ ਚਾਹੀਦੀਆਂ ਸੀ। ਪਿਛਲੇ ਦਿਨਾਂ 'ਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਵੱਖ-ਵੱਖ ਬੰਦਿਆਂ ਕੋਲ ਅਪਰੋਚ ਕਰਕੇ ਉਹਨਾਂ ਨੇ ਵਿਰੋਧੀ ਧਿਰ ਦੀ ਵੱਡੀ ਪਾਰਟੀ ਦਾ ਚੀਫ ਵਿਪ ਹੀ ਮੈਨੇਜ ਕਰ ਲਿਆ। ਉਹ ਤੋਂ ਅਸਤੀਫਾ ਦਵਾਤਾ ਉਸੇ ਦਿਨ ਤਾਂ ਕਿ ਵਿਪ ਜਾਰੀ ਨਾ ਹੋਵੇ। ਬਾਅਦ ਦੇ ਵਿੱਚ ਬੀਜੇਪੀ ਦੀ ਟਿਕਟ ਤੇ ਉਹ ਚੁਣਿਆ ਗਿਆ ਉਸ ਮਹੀਨਿਆਂ ਦੇ ਬਾਅਦ ਹੀ। ਉਹ ਤਾਂ ਤਰੀਕਾ ਤਾਂ ਇਹ ਸਾਡੀ ਪੋਲਿਟਿਕਸ ਦਾ ਓਵਰਆਲ ਇਖਲਾਕ ਦੇ ਸਵਾਲ ਨੇ, ਵਿਚਾਰਧਾਰਕ ਸਵਾਲ ਨੇ। ਬਾਕੀ ਦੇ ਨੰਬਰ ਕੱਲਾ ਨਹੀਂ ਹੈ। ਇੱਕ ਹੁੰਦੀ ਕੱਲੀ ਗਿਣਤੀ ਕਿ ਬੀਜੇਪੀ ਕੋਲ 303 ਜਿੱਤੇ ਹੋਏ ਨੇ, ਦੂਜੇ ਕੋਲ ਘੱਟ ਨੇ। ਇੱਕ ਸਪਸ਼ਟ ਐਂਗਲ ਦੇਣਾ ਹੁੰਦਾ ਲੜਾਈ ਦਾ ਲੋਕਾਂ ਦੇ ਵਿੱਚ। ਵਿਰੋਧੀ ਧਿਰ ਉਹ ਉਦੋਂ ਜ਼ਿਆਦਾ ਕੰਮ ਕਰਦੀ ਹੈ। ਇੱਕ ਜ਼ਮਾਨੇ ਤੱਕ ਇੱਥੇ ਸਮਾਜ ਦੇ ਵਿੱਚ, ਮਤਲਬ ਪਾਰਲੀਮੈਂਟ ਔਰ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਜ਼ਿਆਦਾਤਰ ਚ ਇਹ ਖੱਬੇ ਪੱਖੀਆਂ ਦਾ, ਕਾਮਰੇਡਾਂ ਦਾ ਬਹੁਤੇ ਨਹੀਂ ਸੀ ਉਮੀਦਵਾਰ, ਕਦੇ ਘੱਟ ਸੀ। ਪਰ ਕਿਉਂਕਿ ਗਰਾਊਂਡ ਤੇ ਇੱਕ ਇਸ ਲੈਵਲ ਦੀ ਮੂਵਮੈਂਟ ਸੀ, ਇਸ ਲੈਵਲ ਦੀ ਗਤੀਵਿਧੀਆਂ ਹੁੰਦੀਆਂ ਸੀ, ਤੇ ਉਹਨਾਂ ਨੂੰ ਦੇਖੇ ਬਿਨਾਂ ਪਾਲਿਸੀ ਉਹ ਸਦਨ ਦੇ ਅੰਦਰ ਹੋਣ ਜਾਂ ਨਾ ਹੋਣ, ਬਾਹਰ ਬੈਠਿਆਂ ਦਾ ਵੀ ਪ੍ਰਭਾਵ ਇਸ ਪੱਧਰ ਤੇ ਸੀ ਕਿ ਕੱਲ ਨੂੰ ਇਹਦੇ ਨਾਲ ਬੜਾ ਵੱਡਾ ਅੰਦੋਲਨ ਪੈਦਾ ਹੋ ਜਾਊਗਾ, ਬੜੇ ਵੱਡੇ ਲੋਕਾਂ ਦਾ ਵਿਰੋਧ ਪੈਦਾ ਹੋ ਜਾਊਗਾ। ਇਸ ਲਈ ਕਿਸ ਹੱਦ ਤੱਕ ਜਾਣਾ। ਇੱਕ ਤਾਂ ਇਹ ਹੈ ਲੋਕਾਂ ਦਾ ਵਿਰੋਧ। ਵਿਰੋਧੀ ਧਿਰ ਦਾ ਮਤਲਬ ਤੁਸੀਂ ਸਟੈਂਡ ਲੈਂਦੇ ਹੋ, ਐਕਟਿਵਿਜ਼ਮ ਕਰਦੇ ਹੋ, ਵਿਚਾਰਧਾਰਕ ਤੌਰ ਤੇ ਗਰਾਊਂਡ ਦੀ ਲੜਾਈ ਲੜਦੇ ਹੋ, ਸੜਕ ਦੀ ਸਿਆਸਤ ਕਰ ਰਹੇ ਹੋ। ਦੂਜਾ ਪਹਿਲੂ ਹੈਗਾ ਨੰਬਰ ਦਾ, ਕਿ ਗਿਣਤੀ ਜਿਹੜੀ ਵੱਖ-ਵੱਖ ਥਾਵਾਂ ਤੇ ਕੀਤੀ ਹੈ। ਔਰ ਉਹ ਗਿਣਤੀ ਵੀ ਇਕੱਲੀ ਨੰਬਰ ਦੀ ਕਮਜ਼ੋਰ ਵਿਰੋਧੀ ਧਿਰ ਇਸ ਕਰਕੇ ਵੀ ਹੈ ਕਿਉਂਕਿ ਸਾਡੀ ਪੋਲਿਟਿਕਸ ਦੇ ਵਿੱਚ ਕਰਪਸ਼ਨ ਇੰਨੀ ਆ ਗਈ ਹੈ। ਹੁਣ ਉਹ ਬੀਜੇਪੀ ਕੀ ਕਰਦੀ ਹੈ ਜਾਂ ਕੇਂਦਰ ਦੀ ਸਰਕਾਰ ਕੋਈ ਵੀ, ਇਦੋਂ ਪਹਿਲਾਂ ਵੀ ਸਾਡੇ ਪ੍ਰਧਾਨ ਮੰਤਰੀਆਂ ਤੱਕ ਤੇ ਬੰਦੇ ਖਰੀਦਣ ਦੇ ਦੋਸ਼ ਲੱਗੇ ਨੇ, ਅਦਾਲਤਾਂ ਦੇ ਵਿੱਚ ਚੱਲੇ ਨੇ। ਤੇ ਹੁਣ ਤੁਸੀਂ ਵੋਟਾਂ ਖਰੀਦਣ ਦੇ ਤੌਰ ਤੇ MLA ਦੀਆਂ ਤੇ ਪਾਰਲੀਮੈਂਟ ਮੈਂਬਰਾਂ ਨੂੰ, ਤੇ ਉਹਨਾਂ ਨੂੰ ਬੋਲੀ ਵੀ ਲਗਾਉਂਦੇ ਹੋ, ਪੈਸੇ ਵੀ ਦਿੰਦੇ ਹੋ। ਤੇ ਜਿਹੜਾ ਪੈਸੇ 'ਚ ਨਹੀਂ ਵਿਕਦਾ, ਜਿਹੜੀ ਗਵਰਨਮੈਂਟ ਸੱਤਾ 'ਚ ਆ ਜਾਂਦੀ ਹੈ ਉਹਦੇ ਕੋਲ ਏਜੰਸੀਆਂ ਹੁੰਦੀਆਂ। ਕੇਂਦਰ ਲੈਵਲ ਤੇ ED ਹੈ, CBI ਹੈ, ਵੱਖ-ਵੱਖ ਕਿਸਮ ਦੀਆਂ ਹੋਰ ਏਜੰਸੀਆਂ ਨੇ ਜਿਹਨੂੰ ਉਹਨਾਂ ਦੇ ਮਗਰ ਲਾ ਦਿੱਤਾ ਜਾਂਦਾ ਤੇ ਬੰਦੇ ਨੂੰ ਲੱਗਦਾ ਵੀ ਚਲੋ ਜੀ ਆਪਾਂ ਤਾਂ ਹੁਣ ਗਏ। ਇਸ ਲਈ ਉਹ ਸਾਰੀ ਪਾਰਟੀ ਨੂੰ ਉਹਦੇ ਹੱਕ 'ਚ ਭੁਗਤਾ ਦਿੰਦਾ। ਸੂਬਿਆਂ ਲੈਵਲ ਤੇ ਵਿਜੀਲੈਂਸਾਂ ਨੇ, ਬਾਕੀ ਥਾਣੇ ਨੇ, ਬਾਕੀ ਦੀਆਂ ਚੀਜ਼ਾਂ ਨੇ, ਉਹ ਵੀ ਗਵਰਨਮੈਂਟਾਂ ਲਗਭਗ ਉਸੇ ਐਂਗਲ ਤੋਂ। ਮਤਲਬ ਸਮੁੱਚੀ ਪੋਲਿਟਿਕਸ ਉਸ ਪੱਧਰ ਤੇ ਆ ਗਈ ਹੈ ਕਿ ਉਹ ਹਰ ਹੀਲੇ ਸੱਤਾ 'ਚ ਰਹਿਣ ਦੇ ਲਈ ਹਰ ਹੱਥ ਕੰਡਾ ਵਰਤਦੀ ਹੈ, ਖਰੀਦੋ ਫਰੋਖਤ ਦਾ ਵੀ ਔਰ ਡਰ ਦਾ ਵੀ। ਤੇ ਪਰ ਹਾਂ ਇਹ ਠੀਕ ਹੈ ਕਿ ਜੇਕਰ ਇੱਕ ਲੈਵਲ, ਇੱਕ ਵਿਰੋਧੀ ਧਿਰ, ਜਦੋਂ ਕਹਿੰਦੇ ਨਾ ਤੀਜਾ ਫਰੰਟ, ਚੌਥਾ ਫਰੰਟ, ਪੰਜਵਾਂ ਫਰੰਟ, ਐਕਚੁਅਲੀ ਫਰੰਟ ਨਹੀਂ, ਉਹ ਵੱਖ-ਵੱਖ ਗਰੁੱਪ ਨੇ ਇੱਕੋ ਵਿਚਾਰਧਾਰਾ ਦੇ ਨੇੜੇ ਤੇੜੇ। ਜਿਵੇਂ ਹੁਣ ਕਾਰਪੋਰੇਟ ਦੀ ਵਿਚਾਰਧਾਰਾ ਹੈ, ਜੇ ਕਿਸਾਨ ਅੰਦੋਲਨ ਦੀ ਗੱਲ ਕਰੀਏ ਜਾਂ ਬਾਕੀ ਦੇ ਅੰਦੋਲਨਾਂ ਦੀ, ਜਾਂ ਫੈਡਰਲਿਜ਼ਮ ਦੀ ਗੱਲ ਹੈ, ਇਹ ਤਾਂ ਪਹਿਲਾਂ ਕਾਂਗਰਸ ਹੁੰਦੀ ਸੀ ਮੈਜੋਰਟੀ ਦੇ ਵਿੱਚ,
ਉਦੋਂ ਵੀ ਫੈਡਰਲਿਜ਼ਮ ਤੋਂ ਦੇ ਖਿਲਾਫ ਕਮਜ਼ੋਰ ਕੀਤਾ। ਕਿੰਨੇ ਹੀ ਮਾਮਲਿਆਂ ਦੇ ਵਿੱਚ ਕਿੰਨੇ ਹੀ ਵਿਸ਼ੇ ਨੇ ਜਿਹੜੇ ਉਹ ਚੱਕ ਕੇ ਲੈ ਗਏ ਸਾਂਝੀ ਸੂਚੀ 'ਚ। ਹੁਣ ਬੀਜੇਪੀ ਹੈ, ਬੀਜੇਪੀ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈ। ਤਾਂ ਜਦੋਂ ਕਾਂਗਰਸ ਹੁਣ ਕਹੇਗੀ, ਵਿਰੋਧ ਕਰੇਗੀ ਫੈਡਰਲਿਜ਼ਮ ਦੇ ਮੁੱਦੇ ਨੂੰ, ਪੂਰੀ ਤਰ੍ਹਾਂ ਕਾਂਗਰਸ ਕਿਉਂ ਨਹੀਂ ਉਠਾ ਰਹੀ? ਕਿਉਂਕਿ ਇਤਿਹਾਸਕ ਤੌਰ ਤੇ ਉੱਤੇ ਵੀ ਇਹ ਬਲੇਮ ਲੱਗਦਾ, ਉਹਦੇ ਤੇ ਵੀ ਇਹ ਦੋਸ਼ ਲੱਗਦਾ ਕਿ ਤੁਸੀਂ ਇਹ ਨਹੀਂ ਕਰ ਰਹੇ। ਇਹ ਇੱਕ ਬੜਾ ਵੱਡਾ ਸਵਾਲ ਹੈ। ਪਰ ਜਹਾਂ ਇਹ ਠੀਕ ਹੈ ਕਿ ਨੰਬਰ ਦੇ ਤੌਰ ਤੇ ਵੀ ਜੇ ਘੱਟ ਹੋਵੇ ਤਾਂ ਵੀ ਕੁਝ ਮੁੱਦੇ ਰਹਿ ਜਾਂਦੇ ਹੁੰਦੇ ਨੇ, ਜਿਹੜੇ ਮੁੱਦੇ ਉਨੇ ਸ਼ਿੱਦਤ ਦੇ ਨਾਲ ਨਹੀਂ ਕੀਤੇ ਜਾਂਦੇ। ਜਿਵੇਂ ਐਸੇ ਗਵਰਨਮੈਂਟ ਤੋਂ ਪਹਿਲੀ ਬੀਜੇਪੀ ਦੀ ਗਵਰਨਮੈਂਟ ਸੀ, ਉਹਨੇ ਪਹਿਲਾਂ ਜਿਹੜੇ ਤਿੰਨੇ ਆਪਣੇ ਵਿਚਾਰਧਾਰਕ ਮੁੱਦੇ ਸੀ ਥੋੜਾ ਜਿਹਾ ਗੁਰੇਜ ਰੱਖਿਆ। ਇਹ ਤਾਂ ਨਹੀਂ ਰੱਖਿਆ ਹਿੰਦੂਤਵ ਦਾ, ਤਾਂ ਪੂਰਾ ਪਹਿਲਾਂ ਇੱਕ ਗਰਾਊਂਡ ਤਿਆਰ ਕੀਤਾ ਉਹਨੇ। ਪਹਿਲਾਂ ਲੋਕਾਂ ਦੀ ਮਾਨਸਿਕਤਾ ਤਿਆਰ ਕੀਤੀ ਹਿੰਦੂਤਵ ਦੇ ਏਜੰਡੇ ਤੇ। ਉਸੇ ਹਿੰਦੂਤਵ ਦੇ ਏਜੰਡੇ ਤੇ ਲੋਕਾਂ ਦੀ ਮਾਨਸਿਕਤਾ ਇੱਥੇ ਹੀ ਲਾਇਆ ਹੈ ਕਿ ਬਹੁ ਗਿਣਤੀ ਸਾਡੇ ਨਾਲ ਹੈ, ਹੁਣ 370 ਤੋੜ ਦਾਂਗੇ। ਜੇ ਪਾਰਟੀ ਉਹਦੇ ਪੱਖ 'ਚ ਵੀ ਖੜੀ ਤਾਂ ਉੱਡ ਜਾਊਗੀ ਤੇ ਲੋਕਾਂ ਦਾ ਸੈਂਟੀਮੈਂਟ, ਲੋਕਾਂ ਦੇ ਜਜ਼ਬਾਤ ਉਹਦੇ ਖਿਲਾਫ ਹੋ ਜਾਣਗੇ। ਇਸੇ ਹਿੰਦੂਤਵੀ ਏਜੰਡੇ 'ਚ ਫਸੀ ਕਾਂਗਰਸ। ਰਾਹੁਲ ਗਾਂਧੀ ਵੀ ਜਨੇਊ ਪਾ ਕੇ ਮੰਦਰ ਜਾਣ ਲੱਗ ਗਿਆ ਜਦੋਂ ਗੁਜਰਾਤ 'ਚ ਚੋਣਾਂ ਸੀ, ਜਦ ਵੱਖ-ਵੱਖ ਥਾਵਾਂ ਤੇ ਚੋਣਾਂ ਸੀ। ਇਹ ਜਿਹੜੇ ਕੁਐਸਚਨ ਨੇ ਕਿ ਵਿਰੋਧੀ ਧਿਰ ਕਹਿਣਾ ਕਿਹਨੂੰ ਹੈ, ਵਿਰੋਧੀ ਧਿਰ ਕਿਹੜੀ ਹੁੰਦੀ ਹੈ? ਵਿਰੋਧੀ ਧਿਰ ਉਹ ਵਿਰੋਧੀ ਧਿਰ ਦੀ ਕਮੀ ਹੈ ਬਹੁਤ ਵੱਡੀ ਸਾਡੇ ਦੇਸ਼ ਦੇ ਵਿੱਚ, ਜਿਹੜੀਆਂ ਜਿਵੇਂ ਦੋ ਸਟਰੀਮਾਂ ਹੁੰਦੀਆਂ ਨੇ ਬਹੁਤ ਦੇਸ਼ਾਂ ਦੇ ਵਿੱਚ ਹੈ ਕਿ ਇਹ ਇੱਕ ਦੂਜੇ ਅਸੂਲ ਦੀ ਪਾਰਟੀ ਹੈ, ਦੂਜੀ ਅਲੱਗ ਅਸੂਲ ਦੀ ਪਾਰਟੀ ਹੈ। ਤੁਹਾਡੀ ਅਸੂਲਾਂ ਤੇ ਲੜਾਈ ਹੈ, ਉਹ ਹੋਰ ਤਰ੍ਹਾਂ ਦੀ ਲੜਾਈ ਪਾਰਲੀਮੈਂਟ ਦੇ ਵਿੱਚ ਹੁੰਦੀ। ਹਾਂ, ਹੁਣ ਆ ਕੇ ਕਿਉਂਕਿ ਚੋਣਾਂ ਦਾ ਸਵਾਲ ਹੈ 5 ਰਾਜਾਂ ਦੀਆਂ ਵੀ, ਬਾਕੀ ਵੀ, ਤੇ ਅੰਦੋਲਨ ਵੀ ਵੱਡਾ ਹੋ ਗਿਆ। ਹੁਣ ਵਿਰੋਧੀ ਧਿਰ ਥੋੜੀ ਇਕਜੁੱਟ ਹੋਣ ਲੱਗੀ ਹੈ। ਇਦੋਂ ਪਹਿਲਾਂ ਤਾਂ ਤੁਸੀਂ ਇਕਜੁੱਟ ਵੀ ਨਹੀਂ ਹੋ ਪਾ ਰਹੇ। ਇਕਜੁੱਟ ਨਹੀਂ ਹੋ ਪਾਓਗੇ ਤਾਂ ਤੁਹਾਡੀ ਸੁਣਵਾਈ ਕਿੱਥੇ ਹੋਏਗੀ? ਹੁਣ ਤਾਂ ਇਕਜੁੱਟ ਹੋਣ ਦੇ ਬਾਵਜੂਦ ਵੀ ਸੁਣਵਾਈ ਨਹੀਂ ਹੋ ਰਹੀ। ਜਦੋਂ ਗਵਰਨਮੈਂਟ ਅਡਾਮੈਂਟ ਹੋ ਜੇ, ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਵੀ ਪ੍ਰੋਬਲਮ ਹੈ ਤੇ ਸਾਡੇ ਸਮਾਜ ਦੀ ਮਾਨਸਿਕਤਾ ਦੇ ਵਿੱਚ ਵੀ। ਇੱਕ ਤਾਂ ਇਹ ਹੈ ਕਿ ਇੱਕ ਵਾਰ ਬਹੁਤ ਸੰਖਿਆ 'ਚ ਆ ਗਈ ਕੋਈ ਸਰਕਾਰ, 5 ਸਾਲ ਉਹਨੂੰ ਕੁਝ ਕਿਹਾ ਨਹੀਂ ਜਾ ਸਕਦਾ ਜੇ ਉਹ ਆਪ ਨਹੀਂ ਟੁੱਟਦੀ, ਜੇ ਉਹਦੇ ਅੰਦਰੋਂ ਬਗਾਵਤ ਨਹੀਂ ਹੁੰਦੀ ਤਾਂ ਤੁਸੀਂ ਉਹਨੂੰ ਹਿਲਾ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ, ਜੋ ਮਰਜ਼ੀ ਬਾਕੀ ਹੁੰਦਾ ਰਹੇ। ਤੇ ਜੇ ਸਾਡੇ ਵਾਪਸ ਬੁਲਾਉਣ ਦਾ ਹੱਕ ਹੋਵੇ ਚੁਣੇ ਹੋਏ ਨੁਮਾਇੰਦਿਆਂ ਨੂੰ, ਜਾਂ ਆ ਦਲ ਬਦਲੀ ਵਿਰੋਧੀ ਕਾਨੂੰਨ ਜਿਹਦੇ ਤਹਿਤ ਪੱਕੇ ਗੁਲਾਮ ਬਣਾ ਲਏ ਐਮਪੀ ਤੇ ਐਮਐਲਏ, ਉਹ ਨਾ ਹੋਵੇ ਤਾਂ ਵੀ ਕੁਝ ਲੋਕ ਜ਼ਮੀਰ ਦੇ ਆਧਾਰ ਤੇ ਅਲੱਗ ਵੋਟ ਪਾ ਸਕਦੇ ਨੇ, ਅਲੱਗ ਖੜੇ ਹੋ ਸਕਦੇ ਨੇ। ਅਸੀਂ ਉਹਨਾਂ ਨੂੰ ਪੂਰਾ ਬੰਧੂਆ ਬਣਾ ਲਿਆ ਕਾਨੂੰਨੀ ਸਟਰਕਚਰ ਦੇ ਵਿੱਚ, ਕਾਨੂੰਨੀ ਢਾਂਚੇ ਦੇ ਵਿੱਚ ਇਸ ਕਿਸਮ ਦਾ ਮਾਹੌਲ ਸਿਰਜਤਾ ਕਿ ਉਹ ਬੰਦਾ ਚਾਹੁੰਦਾ ਹੋਇਆ ਵੀ ਬਾਹਰ ਗੱਲ ਹੀ ਨਾ ਕਰ ਸਕੇ, ਕਿਤੇ ਸੋਚ ਨਾ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ। ਇਹ ਇੱਕ ਬੜਾ ਵੱਡਾ ਕੁਐਸਚਨ ਹੈ ਸਾਡੇ ਸਾਹਮਣੇ। ਔਰ ਇਸੇ ਲਈ ਇਹ ਹੈ ਕਿ ਜੇਕਰ ਲੋਕਾਂ ਦੀ ਵੋਟ ਦਾ ਸਵਾਲ ਹੈ, ਜੇ ਲੋਕ ਲੰਮੀ ਲੜਾਈ ਲੜਨ ਇਹਨਾਂ ਇਸ਼ੂਜ਼ ਤੇ ਮੁੱਦਿਆਂ ਤੇ, ਜਿਹੜਾ ਵੀ ਇੱਧਰ ਉੱਧਰ ਜਾਵੇ ਉਹਨਾਂ ਦਾ ਵਿਰੋਧ ਕਰਨ, ਤਾਂ ਵੀ ਉਹ ਪ੍ਰੈਸ਼ਰ 'ਚ ਰਹਿੰਦੇ। ਵੈਸੇ ਵੀ ਸਾਡੇ ਦੇਸ਼ ਦੇ ਵਿੱਚ ਕਦੇ ਵੀ ਬਹੁ ਗਿਣਤੀ ਦੀ ਸਰਕਾਰ ਨਹੀਂ ਬਣੀ। ਹੁਣ ਵੀ ਬੀਜੇਪੀ ਦੀ ਸਰਕਾਰ 37-38% ਵੋਟਾਂ ਵਾਲੀ ਹੈ, 303 ਸੀਟਾਂ ਆ ਗਈਆਂ, ਕਿਉਂਕਿ ਸਾਡੇ ਅਨੁਪਾਤਕ ਪ੍ਰਤੀਨਿਧਤਾ ਨਹੀਂ। ਇੱਕ ਕੈਂਡੀਡੇਟ ਦੇ ਮੁਕਾਬਲੇ 10, 12, 5, 7 ਖੜੇ ਹੁੰਦੇ ਨੇ, ਵੋਟਾਂ ਵੰਡੀਆਂ ਜਾਂਦੀਆਂ ਨੇ। ਜਿਹਨੂੰ 25-30% ਵੀ ਵੋਟ ਪੈ ਗਈ ਉਹ ਵੀ ਜਿੱਤ ਕੇ ਪਾਰਲੀਮੈਂਟ 'ਚ ਚਲਾ ਜਾਂਦਾ, ਕਿਉਂਕਿ ਬਾਕੀ ਦੀਆਂ ਵੰਡੀਆਂ ਨੇ। ਔਰ ਕਾਫੀ ਜਰਮਨ ਦੇ ਵਿੱਚ ਇੱਕ ਸਿਸਟਮ ਹੈ ਇਸ ਲੈਵਲ ਦਾ ਕਿ ਅੱਧੇ ਨੁਮਾਇੰਦੇ ਜਾਂਦੇ ਨੇ, ਜਿਵੇਂ ਆਪਣੇ ਸੀਟਾਂ ਤੇ ਚੁਣੇ ਜਾਂਦੇ ਨੇ, ਅੱਧੇ ਜਾਂਦੇ ਨੇ ਪੂਰੀ ਵੋਟ ਨੂੰ ਦੇਖ ਕੇ। ਜੇ ਕਿਸੇ ਨੂੰ 10% ਵੀ ਵੋਟ ਪਈ ਆ, ਉਹਦੇ 10% ਨੁਮਾਇੰਦੇ ਪਾਰਲੀਮੈਂਟ 'ਚ ਜਾਂਦੇ। ਜੇ ਕਿਸੇ ਨੂੰ 20% ਪਈ ਆ, ਉਹਦੇ 20% ਜਾਂਦੇ ਉਹ ਸਮੁੱਚੀ ਵੋਟ 'ਚੋਂ। ਤੇ ਜੇ ਅਨੁਪਾਤਕ ਪ੍ਰਤੀਨਿਧਤਾ ਹੋਵੇ ਤਾਂ ਵਿਰੋਧੀ ਧਿਰ ਵਾਲਾ ਤੇ ਬਾਕੀ ਦੀਆਂ ਚੀਜ਼ਾਂ ਆਪੀ ਬੈਲੈਂਸ ਹੋ ਸਕਦੀਆਂ ਨੇ, ਕਾਫੀ ਵੱਡੇ ਪੱਧਰ ਤੇ ਸੰਤੁਲਨ ਹੋ ਸਕਦਾ ਹੈ। ਕਿਉਂਕਿ ਜਿਹੜੇ ਬਾਕੀ ਬੰਦੇ ਬਚਦੇ ਨੇ 70% ਜਾਂ 60%, ਜਿਹਦੀ ਨੁਮਾਇੰਦਗੀ ਨਹੀਂ ਜਾਂਦੀ ਫਿਰ ਇਸ ਰੂਪ ਦੇ ਵਿੱਚ, ਉਹਨਾਂ ਦੀ ਨੁਮਾਇੰਦਗੀ ਵੀ ਉੱਥੇ ਹੋਏਗੀ। ਉਹ ਜ਼ਿਆਦਾ ਵਿਲੱਖਣ ਤਰੀਕੇ ਦੀ ਇੱਕ ਗੁਲਦਸਤੇ ਦੀ ਤਰ੍ਹਾਂ ਹੋਏਗਾ। ਹਰ ਇੱਕ ਦੀ ਆਵਾਜ਼, ਹਰ ਇੱਕ ਦੀ ਵੋਟ ਦੀ ਆਵਾਜ਼ ਉੱਥੇ ਦਿਖਾਈ ਦੇਗੀ ਉਸ ਪੱਧਰ ਦੇ ਉੱਤੇ। ਇਸ ਰੂਪ ਦੇ ਵਿੱਚ ਵੀ ਵਿਰੋਧੀ ਧਿਰ ਜ਼ਿਆਦਾ ਪੈਦਾ ਔਰ ਜ਼ਿਆਦਾ ਸਾਰਥਕ ਵਿਰੋਧੀ ਧਿਰ ਪੈਦਾ ਹੋ ਸਕਦੀ ਹੈ ਉਸ ਪੱਧਰ ਦੇ ਉੱਤੇ। ਔਰ ਫਿਰ ਵੀ ਇਹ ਹੈ ਕਿ ਇਹ 30 ਸਾਲ ਪੰਜਾਬ ਦੇਸ਼ ਦੇ ਵਿੱਚ ਕੋਲੀਸ਼ਨ ਸਰਕਾਰਾਂ ਬਣਦੀਆਂ ਰਹੀਆਂ ਨੇ, ਔਰ ਉਹ 30 ਸਾਲ ਦੀਆਂ ਕੋਲੀਸ਼ਨ ਸਰਕਾਰਾਂ ਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਸਰਕਾਰ ਕੋਲ ਇੰਨਾ ਹੰਕਾਰ ਨਹੀਂ ਆਉਂਦਾ। ਉਦੋਂ ਪਹਿਲਾਂ 356 ਲਾ ਕੇ ਧਾਰਾ, ਸੰਵਿਧਾਨ ਦੀ ਧਾਰਾ, ਜਿੰਨੀਆਂ ਸੂਬਿਆਂ ਦੀਆਂ ਸਰਕਾਰਾਂ ਤੋੜ ਦਿੰਦੇ ਸੀ, ਉਹ ਤੋੜਨ ਤੋਂ ਗੁਰੇਜ਼ ਕੀਤਾ ਗਿਆ। ਪਰ ਜਦੋਂ ਬੀਜੇਪੀ ਮੈਜੋਰਿਟੀ ਦੇ ਵਿੱਚ ਆਈ ਹੈ ਤਾਂ ਇਹਨੇ ਉਹੀ ਕੰਮ ਕਰਨੇ ਸ਼ੁਰੂ ਕੀਤੇ ਨੇ। 356 ਤਾਂ ਨਹੀਂ ਲਾਈ, ਪਰ ਹੋਰ ਰਸਤੇ ਕੱਢ ਲਏ। ਜਿਵੇਂ ਕਰਨਾਟਕਾ ਦੇ ਵਿੱਚ ਵਿਰੋਧੀ ਐਮਐਲਏ ਨੂੰ ਆਪਣੇ ਨਾਲ ਲਾ ਕੇ ਸਰਕਾਰ ਬਣੀ ਹੋਈ ਸੀ ਵਿਰੋਧੀ ਧਿਰ ਦੀ, ਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ, ਉਹਦੇ ਚੋਂ ਜੋਤਰਾਦਿੱਤਿਆ ਸਿੰਧੀਆ ਦੇ ਨਾਲ ਕਿੰਨੇ ਹੀ ਐਮਐਲਏ ਜਿਹੜੇ ਉਹਦੇ ਨਾਲ ਸੀ ਉਹ ਤੋੜ ਕੇ ਉਹਨੂੰ ਮੰਤਰੀ ਵੀ ਬਣਾਤਾ ਤੇ ਉਹ ਸਰਕਾਰ ਆਪਣੀ ਬਣਾ ਲਈ।
ਇਸੇ ਤਰ੍ਹਾਂ ਅਰੁਣਾਚਲ ਚ, ਇਸੇ ਤਰ੍ਹਾਂ ਗੋਆ ਚ, ਵੱਖ-ਵੱਖ ਥਾਵਾਂ ਤੇ ਬੀਜੇਪੀ ਇਸ ਤਰੀਕੇ ਦੀ ਗੱਲ ਕੀਤੀ ਹੈ। ਪਰ ਇਹ ਸਾਰੀਆਂ ਗੈਰ ਅਖਲਾਕੀ ਤੇ ਕਾਨੂੰਨ ਦੇ ਦਾਇਰੇ ਚ ਨਹੀਂ ਹੈ। ਇਹ ਬਾਹਰ ਮੰਡੀ ਚ ਵੇਚ ਖਰੀਦ ਔਰ ਡਰ ਦੇ ਤਰੀਕੇ ਦੇ ਨਾਲ ਕੀਤੀਆਂ ਗਈਆਂ ਗੱਲਾਂ ਨੇ। ਔਰ ਉਹਦੇ ਵਾਸਤੇ ਤਾਂ ਲੋਕਾਂ ਦੀ ਜਾਗਰੂਕਤਾ ਬਹੁਤ ਵੱਡੀ ਚੀਜ਼ ਹੋਣੀ ਚਾਹੀਦੀ ਹੈ। ਉਹਨਾਂ ਨੁਮਾਇੰਦਿਆਂ ਦੇ ਖਿਲਾਫ ਲੋਕਾਂ ਦਾ ਗੁੱਸਾ, ਜਿਹੜੇ ਵਿਕਦੇ ਨੇ ਉਹਨਾਂ ਖਿਲਾਫ ਵੀ, ਜਿਹੜੇ ਖਰੀਦਦੇ ਨੇ ਉਹਨਾਂ ਖਿਲਾਫ ਵੀ, ਤੇ ਜਿਹੜਾ ਡਰ ਕੇ ਵੀ ਜਾਂਦਾ ਉਹ ਵੀ ਲੋਕਾਂ ਦਾ ਨੁਮਾਇੰਦਾ ਕਹਾਉਣ ਦਾ ਹੱਕਦਾਰ ਨਹੀਂ ਹੈ, ਕਿਉਂਕਿ ਲੋਕਾਂ ਨੇ ਤਾਂ ਉਹਨੂੰ ਚੁਣਿਆ ਸੀ ਕਿ ਤੂੰ ਸਾਡੀ ਗੱਲ ਰੱਖੇਗਾ। ਜੇ ਇਹੋ ਜਿਹਾ ਹੀ ਮਾਲ ਬਣਨਾ ਹੈ ਤਾਂ ਅਲੱਗ ਗੱਲ ਹੈ। ਇਹਦੇ ਚ ਇੱਕ ਲੋਕ ਜਾਗਰੂਕਤਾ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ, ਉਸ ਪਾਸੇ ਵੱਲ ਤੋਰਨ ਦੀ ਲੋੜ ਹੈ। ਬਿਲਕੁਲ ਬਿਲਕੁਲ। ਹਮੀਰ ਸਿੰਘ ਜੀ, ਜਦੋਂ ਆਪਾਂ ਦੇਖਦੇ ਹਾਂ ਕਿ 26 ਜਨਵਰੀ ਤੋਂ ਪਹਿਲਾਂ ਤਾਂ 11 ਦੌਰ ਦੀ ਗੱਲਬਾਤ ਹੋਈ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕੋਲ ਮੈਜੋਰਟੀ ਆ। ਪਹਿਲਾਂ ਸ਼ਾਇਦ ਉਹ ਮੈਜੋਰਟੀ ਦੀ ਤਾਕਤ ਕਹਿ ਲਓ ਕਿ ਉਹ ਨਹੀਂ ਸੀ ਵਰਤ ਰਹੇ, ਇਸ ਕਰਕੇ 11 ਦੌਰ ਦੀ ਗੱਲਬਾਤ ਰਹੀ, ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਹੋਣੀ, ਆਪਾਂ ਕਹਿ ਸਕਦੇ ਹਾਂ। ਪਰ ਉਸ ਤੋਂ ਬਾਅਦ ਹੁਣ ਲਗਾਤਾਰ 6 ਮਹੀਨੇ ਲਮਕਦਾ ਜਾ ਰਿਹਾ ਅੰਦੋਲਨ, ਨਾ ਤਾਂ ਸਰਕਾਰ ਨੇ ਕੋਈ ਇੱਕ ਸਟੈਪ ਚੁੱਕਿਆ, ਸਿਰਫ ਬਿਆਨਬਾਜ਼ੀ ਤੱਕ ਸੀਮਤ ਹੈ। ਇਹਨੂੰ ਕਿੱਦਾਂ ਦੇਖਦੇ ਹੋ? ਵਿਰੋਧੀ ਧਿਰਾਂ ਦਾ ਪ੍ਰੈਸ਼ਰ ਉਸ ਪੱਧਰ ਤੱਕ ਨਹੀਂ ਬਣ ਰਿਹਾ, ਕਿਸਾਨੀ ਅੰਦੋਲਨ ਦਾ ਪ੍ਰੈਸ਼ਰ ਉਸ ਪੱਧਰ ਤੱਕ ਨਹੀਂ ਬਣ ਰਿਹਾ, ਜਾਂ ਫਿਰ ਕਿਸਾਨਾਂ ਨੂੰ ਕੀ ਆਪਣੀ ਵਿਰੋਧੀ ਧਿਰ ਵਜੋਂ ਕੋਈ ਹਾਜ਼ਰੀ ਨਹੀਂ ਬਣਾਉਣੀ ਚਾਹੀਦੀ? ਘੱਟੋ ਘੱਟ ਚੋਣਾਂ ਦੇ ਵਿੱਚ ਐਂਟਰੀ ਦੀ ਜਦੋਂ ਗੱਲ ਹੁੰਦੀ ਹੈ, ਜੇ ਸਰਕਾਰ ਨਹੀਂ ਮੰਨ ਰਹੀ ਤਾਂ ਬਦਲ ਇੱਕੋ ਇੱਕ ਆ ਕਿ ਤੁਸੀਂ ਚੋਣਾਂ ਦੇ ਵਿੱਚ ਐਂਟਰ ਕਰੋ, ਭਾਵੇਂ ਉਹ ਸੂਬਿਆਂ ਦੇ ਲੈਵਲ ਦੀਆਂ ਹੋਣ, ਭਾਵੇਂ ਜਦੋਂ ਕੇਂਦਰੀ ਲੈਵਲ ਦੀਆਂ ਹੋਣਗੀਆਂ, ਫਿਰ ਉਸ ਤੋਂ ਬਾਅਦ ਉਧਰ ਮਾਰਕਾ ਮਾਰੋ। ਜੇ ਵਿਰੋਧੀ ਧਿਰ ਦੇ ਵਿੱਚ ਵੀ ਤੁਸੀਂ ਆ ਕੇ ਖੜੋਗੇ ਤਾਂ ਇੱਕ ਪ੍ਰੈਸ਼ਰ ਜਿਹੜਾ ਆ, ਇੱਕ ਦੁਨੀਆ ਭਰ ਦੇ ਵਿੱਚ ਇੱਕ ਮੈਸੇਜ ਵੀ ਜਾਊਗਾ ਕਿ ਕਿਸਾਨ ਜਿਹੜੇ ਨੇ ਉਹ ਵਾਕਈ ਸੱਤਾ ਤਬਦੀਲੀ ਕਰਨ ਦੇ ਨਾਲ ਲੋਕਾਂ ਦੇ ਵਿੱਚੋਂ ਮਤਲਬ ਕਿ ਇੱਕ ਲੋਕ ਜੋ ਜਾਗਰੂਕਤਾ ਜਾਂ ਬਦਲਾਅ ਚਾਹੁੰਦੇ ਨੇ ਉਹ ਕਰ ਸਕਦੇ ਨੇ। ਜਿਹੜਾ ਵਿਰੋਧ, ਇਹ ਸਵਾਲ ਹੈ ਕਿ ਕਿਸਾਨ ਅੰਦੋਲਨ ਦੀ ਗੱਲਬਾਤ ਦਾ, ਦੇਖੋ ਵਿਰੋਧੀ ਪਾਰਟੀਆਂ ਚੋਂ ਵੀ ਵੱਡੀ ਗਿਣਤੀ ਇਹੋ ਜਿਹੀ ਹੈ ਜਿਹੜੀਆਂ ਦਿਲੋਂ ਨਹੀਂ ਚਾਹੁੰਦੀਆਂ ਕਿ ਕਿਸਾਨ ਅੰਦੋਲਨ ਜਿੱਤੇ। ਸਰਕਾਰ ਤਾਂ ਚਾਹੁੰਦੀ ਹੋ ਨਹੀਂ। ਇਸੇ ਕਰਕੇ ਤੁਸੀਂ ਦੇਖੋ ਦੇਸ਼ ਦੇ ਵਿੱਚ ਨਿਗਾਹ ਮਾਰ ਲਓ ਕਿ ਕਿਸਾਨ ਅੰਦੋਲਨ ਦੇ ਵਿੱਚ ਤਾਂ ਉਹ ਜਾਣਾ ਚਾਹੁੰਦੀਆਂ ਨੇ, ਹਾਜ਼ਰੀ ਲਵਾਉਣਾ ਚਾਹੁੰਦੀਆਂ ਨੇ ਕਿ ਸਾਨੂੰ ਬੋਲਣ ਦਿਓ, ਉਹ ਨਹੀਂ ਬੋਲਣ, ਪਰ ਆਪਣੀਆਂ ਪਾਰਟੀਆਂ ਦੇ ਪਲੇਟਫਾਰਮ ਜਾਂ ਜੇ ਕਿਸਾਨ ਸੱਦਾ ਦਿੰਦੇ ਨੇ, ਇਹ ਦਬਾਅ ਚ ਉਹਨਾਂ ਦੀ ਹਮਾਇਤ ਕਰ ਦਿੰਦੇ ਨੇ ਕਿ ਬੰਦ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ। ਪਰ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ ਆਪਣੇ ਪਲੇਟਫਾਰਮ ਤੇ ਕਦੇ ਦੇਸ਼ ਪੱਧਰ ਦੇ ਉੱਤੇ ਬੀਜੇਪੀ ਸਰਕਾਰ ਨੂੰ ਮਜਬੂਰ ਕਰਨ ਲਈ ਇਕੱਠ ਕੀਤੇ ਹੋਣ, ਵੱਡਾ ਮਜਬੂਰ ਕੀਤਾ ਹੋਵੇ, ਕਦੇ ਨਰਿੰਦਰ ਮੋਦੀ ਦਾ ਅਸਤੀਫਾ ਮੰਗਿਆ ਹੋਵੇ, ਕਦੇ ਇਹ ਮਾਹੌਲ ਸਿਰਜਿਆ ਹੋਵੇ ਕਿ ਉਹਨਾਂ ਨੂੰ ਸਿਆਸਤ ਕਰਨੀ ਮੁਸ਼ਕਲ ਹੋ ਜੇ, ਤੇ ਇਹ ਤਾਂ ਕਿਤੇ ਦਿਖਾਈ ਨਹੀਂ ਦਿੰਦਾ। ਇਸ ਲਈ ਤਾਂ ਉਹਨਾਂ ਨੇ ਤਾਂ ਇਹ ਦਬਾਅ ਬਣਾਇਆ। ਇਹ ਤਾਂ ਕਿਸਾਨ ਅੰਦੋਲਨ ਦੇ ਦਬਾਅ ਚੋਂ ਧਿਰਾਂ ਮਜਬੂਰ ਨੇ ਉਹਨਾਂ ਸਟੈਂਡ ਲੈਣ ਲਈ ਕਿ ਅਸੀਂ ਤੁਹਾਡੇ ਨਾਲ, ਅਸੀਂ ਪਾਰਲੀਮੈਂਟ ਦੇ ਵਿੱਚ ਗੱਲ ਕਰਾਂਗੇ ਜਾਂ ਬਾਕੀ ਜਗ੍ਹਾ ਕੁਝ ਗੱਲ ਕਰਾਂਗੇ। ਇੱਕ ਤਾਂ ਗੱਲ ਇਹ ਹੈ, ਪਰ ਇਹ ਠੀਕ ਹੈ ਕਿ ਕਿਸਾਨ ਅੰਦੋਲਨ ਦਾ ਦਬਦਬੇ ਕਰਕੇ ਸਿਆਸੀ ਤਬਦੀਲੀਆਂ ਆ ਰਹੀਆਂ। ਪੰਜਾਬ ਦੇ ਵਿੱਚੋਂ ਇੱਕ ਬੜੀ ਵੱਡੀ ਧਿਰ ਜਿਹੜੀ ਸਭ ਤੋਂ ਪੁਰਾਣੀ ਹੈ, ਉਹਨੂੰ ਐਨਡੀਏ ਛੱਡਣਾ ਪਿਆ, ਬੀਜੇਪੀ ਛੱਡਣੀ ਪਈ, ਕਿਉਂਕਿ ਜਿੰਨਾ ਚਿਰ ਆਰਡੀਨੈਂਸ ਸੀਗੇ ਉਹਨਾਂ ਚਿਰ ਅਕਾਲੀ ਦਲ ਵੀ ਹਮਾਇਤ ਕਰਦਾ ਰਿਹਾ। ਕਾਨੂੰਨਾਂ ਤੱਕ ਆਉਂਦੇ ਹੋਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨ ਅੰਦੋਲਨ ਦੇ ਖਿਲਾਫ ਭੁਗਤ ਕੇ ਸਿਆਸਤ ਨਹੀਂ ਕੀਤੀ ਜਾਣੀ। ਤੇ ਇਸੇ ਤਰੀਕੇ ਨਾਲ ਵੱਖ-ਵੱਖ ਧਿਰਾਂ ਜਿਹੜੀਆਂ ਨੇ, ਸਭ ਨੂੰ ਪਤਾ ਲੱਗਦਾ ਜਾ ਰਿਹਾ ਕਿ ਜੇ ਕਿਸਾਨਾਂ ਨੂੰ ਵੀ ਗੁੱਸੇ ਕੀਤਾ ਤਾਂ ਹੋਰ ਤਾਂ ਬੀਜੇਪੀ ਮੈਜੋਰਿਟੀ ਚ ਹੈ ਹੀ, ਤਾਂ ਕਿੱਥੇ ਕੀ ਕੀਤਾ ਜਾਊਗਾ। ਇਹ ਸਿਆਸਤ ਚ ਸਪਸ਼ਟਤਾ ਦੀ ਲੋੜ ਹੈ, ਕਲੈਰਿਟੀ ਦੀ ਲੋੜ ਹੈ। ਨੰਬਰ 1 ਗੱਲ ਹੈ, ਸਿਆਸਤ ਇਕੱਲੀ ਕਾਨੂੰਨ ਦੀ ਗੱਲ ਨਹੀਂ ਕਰਦੀ, ਸਿਆਸਤ ਐਕਸਪੋਜ਼ ਕਰਦੀ ਹੈ ਮੌਜੂਦਾ ਸਰਕਾਰ ਨੂੰ, ਉਹਦੇ ਮੁਕਾਬਲੇ ਆਪਣੀ ਦਾਅਵੇਦਾਰੀ ਪੇਸ਼ ਕਰਦੀ ਹੈ, ਉਹਦੇ ਮੁਕਾਬਲੇ ਕਹਿੰਦੀ ਹੈ ਕਿ ਤੁਸੀਂ ਨਲਾਇਕ ਹੋ, ਅਸਤੀਫਾ ਦਿਓ, ਅਸੀਂ ਜਿਹੜੀ ਆ ਉਸ ਪੱਧਰ ਤੇ ਗੱਲ ਕਰਾਂਗੇ। ਔਰ ਇਸੇ ਲਈ ਪੂਰੇ ਦੇਸ਼ ਭਰ ਦੇ ਵਿੱਚ ਜਿੱਥੋਂ ਜਿੱਥੋਂ ਕਿਸਾਨ ਲੜ ਰਹੇ ਨੇ, ਉੱਥੇ ਉੱਥੇ ਹੀ ਗੱਲ ਹੋ ਰਹੀ ਹੈ। ਬਾਕੀ ਦੂਰ ਜਿਹੜੇ ਬਾਕੀ ਸੂਬੇ ਨੇ, ਉੱਥੇ ਗੱਲ ਵੀ ਨਹੀਂ ਕਰ ਰਹੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਸ ਪੱਧਰ ਦੇ ਉੱਤੇ। ਇੱਕ ਤਾਂ ਵਿਰੋਧੀ ਧਿਰਾਂ ਨੂੰ ਜੇ ਪੋਲੀਟੀਕਲ ਫਾਇਦਾ ਵੀ ਲੈਣਾ ਹੈ ਤਾਂ ਉਹਨਾਂ ਨੂੰ ਆਪਣੇ ਮੰਚ ਤੇ, ਜਿਵੇਂ ਅੱਜ ਕੱਲ ਪਾਰਲੀਮੈਂਟ ਚ ਯੂਨਾਈਟਿਡ ਹੋਈਆਂ ਨੇ, ਬਾਹਰ ਵੀ ਇੱਕ ਯੂਨਾਈਟਿਡ ਫਰੰਟ ਇਕੱਠਾ ਕਰਕੇ ਵੱਡੇ ਪੱਧਰ ਤੇ ਸੜਕ ਦੀ ਮੂਵਮੈਂਟ, ਵੱਡੇ ਪੱਧਰ ਤੇ ਲੋਕਾਂ ਦੀ ਮੂਵਮੈਂਟ ਇੱਕ ਬਿਲਡ ਕਰਨੀ ਪਏਗੀ ਸਰਕਾਰ ਦੇ ਖਿਲਾਫ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦਾ ਸਵਾਲ ਇਹ ਜੀ, ਉਹਨਾਂ ਨੂੰ ਲੱਗਿਆ ਸ਼ੁਰੂ ਤੋਂ ਲੈ ਕੇ ਵੀ ਅਸੀਂ ਇਹਨੂੰ ਖੰਡਾਉਣਾ ਹੈ। ਗੱਲਬਾਤ ਵੀ ਚਲਾਉਂਦੇ ਰਹੇ, ਗੱਲਬਾਤ ਦੇ ਵਿੱਚ ਉਹ ਕੋਸ਼ਿਸ਼ਾਂ ਕਰਦੇ ਰਹੇ, ਕਦੇ ਇਹਨੂੰ ਖਾਲਿਸਤਾਨੀ, ਕਦੇ ਇਹਨੂੰ ਮਾਓਵਾਦੀ, ਕਦੇ ਕੋਈ ਵਿੱਚੋਂ ਬਖੇੜਾ ਪਾ ਦੋ, ਕਦੇ ਕੁਝ ਕਰ ਦੋ, ਕਦੇ ਕੁਝ ਕਰ ਦੋ। ਜਨਵਰੀ ਦੇ ਵਿੱਚ ਵੀ ਉਹਨਾਂ ਨੂੰ ਲੱਗਿਆ ਵੀ ਚਲੋ ਤੋੜ ਤਾਂ ਸਮਝ ਲਓ 26 ਜਨਵਰੀ ਦੀ ਜਿਹੜੀ ਘਟਨਾਕ੍ਰਮ ਵਾਪਰੀ, ਪਰ ਉਹ ਅੰਦੋਲਨ ਟੁੱਟਿਆ ਨਹੀਂ ਹੈ। ਅੰਦੋਲਨ ਆਪਣੇ ਪੈਰਾਂ ਤੇ ਖੜਾ ਹੋ ਗਿਆ ਔਰ ਲੰਮਾ ਸਮਾਂ ਅੰਦੋਲਨ ਨੂੰ ਹੋ ਗਿਆ ਤੇ ਚੱਲ ਰਿਹਾ। ਇਹ ਵੀ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਉਹਦੀ ਦੁਨੀਆ ਪੱਧਰ ਤੇ ਜਿਸ ਲੈਵਲ ਦੀ ਛਵੀ ਖਰਾਬ ਹੋ ਰਹੀ ਹੈ, ਦੇਸ਼ ਦੇ ਵਿੱਚ ਵੀ ਉਹਨੂੰ ਜਿਹੜੇ ਵਿਰੋਧ ਝੱਲਣੇ ਪੈ ਰਹੇ ਨੇ। ਔਰ ਬਾਕੀ ਦਾ ਇਹ ਦਬਾਅ ਦਾ ਸਵਾਲ ਹੈ। ਹੁਣ ਇੱਕ ਦੋ ਗੱਲਾਂ ਨੇ ਜਿਹੜੀਆਂ ਗਵਰਨਮੈਂਟ ਨੂੰ ਸ਼ਾਇਦ ਕਿਸਾਨ ਅੰਦੋਲਨ ਦੇ ਕਾਨੂੰਨ ਜਿਹੜੇ ਨੇ ਵਾਪਸ ਲੈਣ ਤੋਂ ਰੋਕ ਰਹੀਆਂ।
ਇੱਕ ਤਾਂ ਜਿਹੜਾ ਕਾਰਪੋਰੇਟ ਨਾਲ ਵਾਅਦਾ ਹੈ ਉਹਦਾ, ਲੋਕਾਂ ਨਾਲ ਵਾਅਦੇ ਤੋਂ ਤਾਂ ਉਹ ਮੁੱਕਰ ਹੀ ਚੁੱਕੀ ਹੈ, ਤੇ ਜਿਹੜਾ ਕਾਰਪੋਰੇਟ ਨਾਲ ਵਾਅਦਾ ਹੈ, ਕਿਉਂਕਿ ਜਿਹੜੇ ਵੀ ਗਡਾਊਨ ਤੇ ਪੈਸੇ ਲੱਗ ਚੁੱਕੇ ਨੇ, ਪਹਿਲਾਂ ਹੀ ਕਾਨੂੰਨ ਬਾਅਦ ਦੇ ਵਿੱਚ ਆਏ ਨੇ। ਕਾਰਪੋਰੇਟ ਨੇ ਵੱਡੀਆਂ ਸੜਕਾਂ, ਵੱਡੇ ਪੁਲ, ਵੱਡੇ ਗਡਾਊਨ, ਇਹਨਾਂ ਤੇ ਪੈਸਾ ਪਹਿਲਾਂ ਲਾਉਣਾ ਸ਼ੁਰੂ ਕੀਤਾ ਹੋਇਆ। ਉਹਨਾਂ ਨੂੰ ਦਿੱਤਾ ਕਿ ਆ ਲਓ ਜੀ, ਤੁਹਾਨੂੰ ਦੇਤਾ, ਬਾਕੀ ਦੇਤਾ, ਤੁਸੀਂ ਮਾਲ ਹੀ ਖੋਲਣ, ਮਾਲ ਮੂਲ ਬਾਕੀ ਗਡਾਊਨ ਖੋਲ ਲਏ ਨੇ, ਹੁਣ ਕਾਨੂੰਨ ਅਸੀਂ ਬਾਅਦ ਚ ਬਣਾ ਦਿੰਨੇ ਆ, ਹੁਣ ਤੁਹਾਡੀ ਗੱਲ ਪੂਰੀ ਚੱਲ ਜਾਊ। ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਇਨਵੈਸਟਮੈਂਟ ਖਰਾਬ ਹੋ ਰਹੀ ਹੈ, ਸਾਡਾ ਮੁਨਾਫਾ ਜਾਊਗਾ। ਜੇਕਰ ਖੁਰਾਕ ਦੇ ਜੇ ਐਡਾ ਵੱਡੇ ਅੰਦੋਲਨ ਤੋਂ ਪਿੱਛੇ ਹਟਦੇ ਹੋ ਇੱਕ ਵਾਰ, ਤਾਂ ਅੱਗੇ ਨੂੰ ਫਿਰ ਲੋਕਾਂ ਨੇ ਇਹ ਪਾਲਿਸੀ ਦੇ ਖਿਲਾਫ ਬਾਰ-ਬਾਰ ਖੜੇ ਹੋਇਆ ਕਰਨਾ, ਜਦੋਂ ਵੀ ਵੱਡੀ ਪਾਲਿਸੀ ਜਿਹੜੀ ਕਾਰਪੋਰੇਟ ਲਿਆਉਣਾ ਚਾਹੁੰਦਾ ਜ਼ਿੰਦਗੀ ਦੇ ਹਰ ਖੇਤਰ ਦੇ ਖਿਲਾਫ। ਇਹਦਾ ਮਤਲਬ ਇਕੱਲੇ ਇੱਕ ਕਾਨੂੰਨ ਵਾਪਸ ਨਹੀਂ ਹੋਣਗੇ, ਫਿਰ ਕਿੰਨੀਆਂ ਹੀ ਹੋਰ ਚੀਜ਼ਾਂ ਦਾ ਪੰਡੋਰਾ ਬਾਕਸ ਖੁੱਲੇ। ਕਾਰਪੋਰੇਟ ਨੇ ਜਿਹੜਾ ਲੇਬਰ ਕਾਨੂੰਨ ਕਾਰਪੋਰੇਟ ਨੂੰ ਖੁਸ਼ ਕਰਨ ਲਈ ਬਣਾਏ ਨੇ, ਤੇ ਫਿਰ ਉਹ ਲੇਬਰ ਕਾਨੂੰਨ ਵਾਪਸੀ ਦੀ ਵੀ ਮੂਵਮੈਂਟ ਲੇਬਰ ਵਾਲੇ ਪਾਸਿਓਂ ਖੜੀ ਹੋ ਸਕਦੀ ਹੈ ਉਸ ਪੱਧਰ ਦੇ ਉੱਤੇ। ਔਰ ਇਸੇ ਤਰੀਕੇ ਨਾਲ ਜਿਹੜੇ ਛੋਟੇ ਵਪਾਰੀਆਂ ਮਾਲਜ ਨੇ ਜਿਹੜੀਆਂ, ਔਰ ਇਹ ਕਿਹਾ ਜਾਂਦਾ, ਇੱਕ ਸਟੱਡੀ ਹੈ ਪਿਛਲੇ ਸਮੇਂ ਦੀ, ਕਿ ਜੇਕਰ ਇੱਕ ਮਾਲ ਵੱਡੀ ਖੁੱਲਦੀ ਹੈ, ਉਹ 1700-1800 ਦੁਕਾਨ ਉਜਾੜ ਦਿੰਦੀ ਹੈ ਨੇੜੇ। ਔਰ ਉਹ ਜਿਹੜੀਆਂ ਉਜਾੜਾ ਜਿਹੜਾ ਹੁੰਦਾ ਉਸ ਛੋਟੇ ਵਪਾਰ ਦੇ ਖੇਤਰ ਦੇ ਵਿੱਚ, ਤਾਂ ਉਹ ਵੀ ਫਿਰ ਸਾਹਮਣੇ ਆਊਗਾ ਉਸੇ ਤਰ੍ਹਾਂ ਦਾ ਮੁੱਦਾ। ਤੇ ਦੂਜਾ ਮੁੱਦਾ ਇਸ ਕਰਕੇ ਆਏਗਾ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਖਿਲਾਫ ਹੈ, ਜਿਹੜਾ ਫੈਡਰਲਿਜ਼ਮ ਦਾ ਮੁੱਦਾ ਹੈ, ਜਿਹਦੇ ਤੇ ਸੰਵਿਧਾਨਕ ਤੌਰ ਤੇ ਸਭ ਤੋਂ ਜ਼ਿਆਦਾ ਇਸ ਕਿਸਾਨ ਮੋਰਚੇ ਦੀ ਸਥਿਤੀ ਮਜ਼ਬੂਤ ਹੈ ਕਿ ਤੁਸੀਂ ਕਾਨੂੰਨ ਬਣਾ ਹੀ ਨਹੀਂ ਸਕਦੇ, ਕਿਉਂਕਿ ਖੇਤੀ ਸਟੇਟ ਸਬਜੈਕਟ ਹੈ। ਤੇ ਇਸੇ ਤਰ੍ਹਾਂ ਫਿਰ 370 ਧਾਰਾ ਵੀ ਤੁਸੀਂ ਨਹੀਂ ਤੋੜ ਸਕਦੇ, ਕਿਉਂਕਿ ਉਹ ਵੀ ਉੱਥੋਂ ਦੀ ਅਸੈਂਬਲੀ ਦੀ ਰਾਏ ਲੈਣੀ ਜ਼ਰੂਰੀ ਹੈ, ਉਸ ਦੇ ਵਿੱਚ ਸਾਰਾ ਕੁਝ ਕਰਨਾ ਸੀ। ਇਸੇ ਤਰੀਕੇ ਦੇ ਨਾਲ ਤੁਸੀਂ ਫਿਰ ਜਿਹੜਾ ਸੀਏ ਜਿਹੜਾ ਬਣਾਇਆ ਹੈ, ਉਹ ਵੀ ਇੱਕ ਖਾਸ ਕਮਿਊਨਿਟੀ ਦੇ ਖਿਲਾਫ ਬਣਾਇਆ, ਔਰ ਉਹਨੂੰ ਨਾਲ ਸ਼ਾਮਲ ਨਹੀਂ ਕੀਤਾ, ਉਹ ਵੀ ਵਿਤਕਰੇ ਦਾ ਸਵਾਲ ਹੈ, ਸੰਵਿਧਾਨਕ ਸਵਾਲ ਆ ਗਿਆ। ਇਸੇ ਤਰੀਕੇ ਦੇ ਨਾਲ UAPA, NIA, GST, ਉਹ ਸਾਰੇ ਮੁੱਦਿਆਂ ਦੇ ਉੱਤੇ ਹੀ ਦੁਬਾਰਾ ਪੰਡੋਰਾ ਬਾਕਸ ਖੁੱਲ ਜਾਊਗਾ। ਇੱਕ ਫੈਡਰਲਿਜ਼ਮ ਦਾ ਵੀ ਬੜਾ ਵੱਡਾ ਕੁਐਸਚਨ ਹੈ ਇਹਦੇ ਨਾਲ ਜੁੜਿਆ ਹੋਇਆ। ਤੀਜਾ ਅਗਲਾ ਸਵਾਲ ਜਿਹੜਾ ਹੈ ਕਿ ਨਰਿੰਦਰ ਮੋਦੀ ਦਾ ਜਿਹੜਾ ਅਕਸ ਉਭਾਰਿਆ ਗਿਆ ਪਿਛਲੇ 7 ਸਾਲਾਂ ਚ, ਮਜ਼ਬੂਤ ਆਗੂ ਦਾ, 56 ਇੰਚ ਦੀ ਛਾਤੀ ਦਾ, ਲੋਕਾਂ ਨੂੰ ਨਾਲ ਗਲਤ ਦੇ ਬਾਵਜੂਦ ਕੈਰੀ ਕਰਨ ਦਾ। ਉਹ ਕਹਿੰਦਾ ਕਿ ਅਸੀਂ ਨੋਟਬੰਦੀ ਤੋਂ ਲੈ ਕੇ ਚਾਹੇ ਆਰਥਿਕਤਾ ਤਬਾਹ ਹੋ ਗਈ, ਚਾਹੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਅਸੀਂ ਉਹਦੇ ਬਾਵਜੂਦ ਵੀ ਜਿੱਤਦੇ ਆ ਰਹੇ ਹਾਂ, ਕਿਉਂਕਿ ਹਿੰਦੂਤਵ ਦਾ ਏਜੰਡਾ ਸਾਡੇ ਕੋਲ, ਉਸ ਤਰੀਕੇ ਨਾਲ ਜਿੱਤ ਲਾਂਗੇ ਜੇ ਇਹ ਨਹੀਂ ਕੀਤਾ ਜਾਏ। ਇਸੇ ਕਰਕੇ ਉਹਨਾਂ ਨੇ 5 ਅਗਸਤ ਨੂੰ ਜਸ਼ਨ ਮਨਾਇਆ ਜੰਮੂ ਕਸ਼ਮੀਰ ਦੀ ਧਾਰਾ 370 ਤੋੜਨ ਤੇ ਵੀ, ਔਰ 2 ਸਾਲ ਹੋ ਗਏ ਕੁਝ ਨਹੀਂ ਕਰ ਪਾਏ, ਪਰ ਫਿਰ ਵੀ ਜਸ਼ਨ ਮਨਾਇਆ। ਤੇ ਉਧਰ ਰਾਮ ਮੰਦਿਰ ਦੀ ਪੂਜਾ ਦੇ ਸਵਾਲ ਦੇ ਉੱਤੇ ਵੀ ਜਿਹੜਾ ਜੋਗੀ ਗਿਆ, ਪਹਿਲਾਂ ਕਰੋਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਉਹਦਾ ਜਿਹੜਾ ਨੀਂਹ ਪੱਥਰ ਰੱਖਣ ਦੇ ਲਈ ਪ੍ਰੋਗਰਾਮ ਕੀਤਾ। ਉਹਨਾਂ ਨੂੰ ਲੱਗਦਾ ਕਿ ਅਜੇ ਵੀ ਅਸੀਂ ਉਸ ਮਾਹੌਲ ਚ, ਤੇ ਜਾਤੀਗਤ ਮਾਹੌਲ ਚ, ਜਾਤੀ ਦੇ ਤੌਰ ਤੇ ਇਹ ਹੈ ਕਿ ਪਛੜੇ ਵਰਗ ਨੂੰ ਜਾਂ SC ਨੂੰ ਕਿਵੇਂ ਨਾਲ ਲਾਇਆ ਜਾਵੇ, ਦੂਜੇ ਤੋਂ ਪਖੇੜਿਆ ਜਾਵੇ, ਉਹਨਾਂ ਦੀ ਸਟ੍ਰੈਟਜੀ ਤੇ ਰਣਨੀਤੀ ਉਸ ਪੱਧਰ ਦੀ ਹੈ। ਮੇਰਾ ਖਿਆਲ ਹੈ ਇਹਨਾਂ ਚੋਣਾਂ ਤੱਕ ਉਹ ਇਸ ਨੂੰ ਫਿਰ ਅਜਮਾ ਕੇ ਦੇਖਣਗੇ। ਜਿਵੇਂ ਜਿਵੇਂ ਸੈਟਬੈਕ ਵੱਜੀ ਹੈ, ਜਿਵੇਂ ਬੰਗਾਲ ਦੇ ਵਿੱਚ ਵੱਜੀ ਹੈ, ਇਦੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਇੱਕ ਲੈਵਲ ਦੀ ਵੱਜੀ ਸੀ, ਪਰ ਦਿੱਲੀ ਦੇ ਕਿਹੜਾ ਸਰਕਾਰ ਕੋਈ ਉਹਦੇ ਖਿਲਾਫ ਵਿਚਾਰਧਾਰਕ ਤੌਰ ਤੇ ਤਾਂ ਨਹੀਂ ਖੜੀ, ਉਹ ਮਤਲਬ ਵੈਸੇ ਵੋਟਾਂ ਇੱਕ ਉਸ ਪੱਧਰ ਦੇ ਉੱਤੇ ਪਈਆਂ। ਇਸ ਸਾਰੇ ਮਾਹੌਲ ਦੇ ਵਿੱਚ ਇਹ ਦੇਖਣ ਦਾ ਸਵਾਲ ਹੈ ਕਿ ਗਵਰਨਮੈਂਟ ਇਹ 2 ਗੱਲਾਂ ਕਰਕੇ, ਕਿ ਇੱਕ ਮੋਦੀ ਸ਼ਾਹ ਦੀ ਜੋੜੀ ਨਿੱਜੀ ਹੰਕਾਰ ਵੀ ਹੁੰਦਾ, ਨਿੱਜੀ ਹੱਠ ਵੀ ਹੁੰਦਾ, ਕਈ ਵਾਰ ਉਹ ਨੁਕਸਾਨ ਕਰਾ ਕੇ ਵੀ ਹੰਕਾਰ ਚੱਲਦਾ ਰਹਿੰਦਾ, ਪਤਾ ਉਦੋਂ ਲੱਗਦਾ ਜਦੋਂ ਜ਼ਮੀਨ ਹੇਠੋਂ ਖਿਸਕ ਜਾਂਦੀ ਹੈ। ਇਸ ਕਰਕੇ ਆਉਣ ਵਾਲੀਆਂ ਚੋਣਾਂ ਵੀ ਮਤਲਬ ਜਿੱਤਦੇ ਨੇ ਹਾਰਦੇ ਨੇ, ਪਰ ਅੰਦੋਲਨ ਇੱਕ ਗੱਲ ਕਲੀਅਰ ਹੈ ਕਿ ਜਿਹਦੇ ਖਿਲਾਫ ਅੰਦੋਲਨ ਚੱਲ ਰਿਹਾ ਨਾ, ਉਹ ਮਾਡਲ ਲੋਕਾਂ ਦੀ ਅਗਵਾਈ ਅੱਗੇ ਨੂੰ ਕਰ ਹੀ ਨਹੀਂ ਸਕਦਾ। ਦੂਜੀ ਗੱਲ, ਜੇ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਕਿਸਾਨੀ ਦਾ ਪਹਿਲਾਂ ਹੀ ਸਤਿਆਨਾਸ਼ ਹੈ, ਤੇ ਇਕੱਲੀ ਕਿਸਾਨੀ ਨਹੀਂ, ਪੂਰੇ ਸਮਾਜ ਦਾ ਜਿਹੜਾ ਇੱਕ ਵਰਤਾਰਾ ਹੈ ਉਹ ਬਿਲਕੁਲ ਹੀ ਸੰਕਟ ਚ ਹੋਰ ਜ਼ਿਆਦਾ ਮਤਲਬ ਧੱਸਿਆ ਜਾਊਗਾ, ਔਰ ਉਸ ਪਾਸੇ ਵੱਲ ਚੱਲਿਆ ਜਾਊਗਾ। ਇੱਕ ਗੱਲ ਕਲੀਅਰ ਹੈ। ਹੁਣ ਲੋਕ ਲੜ ਸਕਦੇ ਨੇ, ਕਿੰਨਾ ਲੜਦੇ ਨੇ, ਕਿੰਨਾ ਸਬਰ ਦਾ ਸਵਾਲ ਹੈ ਇਹ ਇਹਦੇ ਤੇ ਡਿਪੈਂਡ ਕਰੂਗਾ, ਪਰ ਲੜਨਾ ਬਹੁਤ ਜ਼ਰੂਰੀ ਹੈ। ਜਿੱਤਾਂ ਤੇ ਹਾਰ ਦਾ ਸਵਾਲ ਨਹੀਂ ਹੁੰਦਾ, ਆਪਣੀ ਹੋਂਦ ਦਿਖਾਉਣ ਦਾ ਸਵਾਲ ਵੀ ਹੁੰਦਾ ਕਿ ਅਸੀਂ ਪ੍ਰਵਾਨ ਨਹੀਂ ਕਰਦੇ, ਅਸੀਂ ਲੜਾਈ ਲੜਦੇ ਹਾਂ, ਅਸੀਂ ਮਤਲਬ ਸੰਕਟ ਝੱਲ ਸਕਦੇ ਹਾਂ, ਜਾਨਾਂ ਦੇ ਸਕਦੇ ਹਾਂ, ਉਹ ਅਲੱਗ ਸਵਾਲ ਹੁੰਦਾ। ਇਹੀ ਇਨਸਾਨੀਅਤ ਦਾ ਇੱਕ ਅਖਲਾਕ ਹੁੰਦਾ ਹੈ, ਇਹੀ ਇਨਸਾਨੀਅਤ ਦੀ ਕਦਰ ਹੁੰਦੀ ਹੈ। ਇਹ ਅੰਦੋਲਨ ਉਦੋਂ ਵੱਡਾ ਇਸ ਕਰਕੇ ਹੈ, ਇਹ ਇਕੱਲੀ ਚੋਣ ਦੀ ਜਿੱਤ ਹਾਰ ਕਰਕੇ ਨਹੀਂ। ਹਾਂ, ਕਿਉਂਕਿ ਵੋਟਾਂ ਤੋਂ ਹੀ ਹੁਣ ਇੱਕੋ ਇੱਕ ਗੱਲ ਤੋਂ ਚੱਲਦੇ ਨੇ, ਨਾ ਇਖਲਾਕ ਬਚਿਆ ਸਰਕਾਰ ਦਾ, ਨਾ ਡੈਮੋਕ੍ਰੇਸੀ 'ਚ ਯਕੀਨ ਬਚਿਆ, ਨਾ ਦਲੀਲ ਦੇ ਵਿੱਚ ਕੋਈ ਭਰੋਸਾ ਰਿਹਾ, ਨਾ ਤੱਥਾਂ ਤੋਂ ਉਹਨਾਂ ਦਾ ਕੋਈ ਤੱਥਾਂ ਨਾਲ ਸਰੋਕਾਰ ਹੈ, ਇਹ ਗੱਲਾਂ ਤੋਂ ਭੁੱਲ ਗਏ।
ਉਹ ਇੱਕੋ ਗੱਲ ਜਾਣਦੇ ਨੇ ਕਿ ਵੋਟ। ਇਸੇ ਕਰਕੇ ਕਿਸਾਨਾਂ ਨੇ ਜਿਹੜਾ ਕਿਸਾਨ ਮੋਰਚਾ ਉਹਨੇ ਫੈਸਲਾ ਕੀਤਾ ਹੈ ਕਿ ਜਿਵੇਂ ਅਸੀਂ ਪੱਛਮੀ ਬੰਗਾਲ 'ਚ ਕੀਤਾ ਹੈ, ਉੱਥੇ ਤਾਂ ਚਲੋ ਉਹਨੇ ਨਹੀਂ ਗਏ, ਇੱਕ ਵਾਰ ਗਏ ਸੀ ਅਸੀਂ ਮਿਸ਼ਨ ਯੂਪੀ ਤੇ ਉੱਤਰਾਖੰਡ ਦੇ ਤੌਰ ਤੇ 5 ਸਤੰਬਰ ਨੂੰ ਇੱਕ ਮਹਾ ਪੰਚਾਇਤ ਕਰਕੇ ਉਸ ਤੋਂ ਬਾਅਦ ਇੱਕ ਵੱਡੀ ਕੰਪੇਨ ਯੂਪੀ ਦੇ ਵਿੱਚ ਕਰਾਂਗੇ ਕਿ ਜੇ ਯੂਪੀ ਗਈ ਤਾਂ ਬੀਜੇਪੀ ਗਈ, ਸਮਝ ਲਓ ਅਸੀਂ ਇਹ ਮਿਸ਼ਨ ਯੂਪੀ ਇਹੀ ਸਭ ਤੋਂ ਬੜਾ ਮਤਲਬ ਵਾਰ ਹੋਊਗਾ ਇਸ ਅੰਦੋਲਨ ਦਾ ਵੀ ਹੁਣ ਆਉਣ ਵਾਲੇ ਦਿਨਾਂ 'ਚ। ਜਿਹੜੀ ਲਾਸਟ ਚੀਜ਼ ਬਚਦੀ ਹੈ ਜਿਹਦੇ ਤੋਂ ਉਹਨਾਂ ਨੂੰ ਫਰਕ ਪੈਂਦਾ ਹੈ, ਬਾਕੀਆਂ ਤੋਂ ਕਹਿੰਦੇ ਨੇ ਸਾਨੂੰ ਫਰਕ ਨਹੀਂ ਪੈਂਦਾ, ਸਾਡੀ ਛਵੀ ਖਰਾਬ ਹੋ ਗਈ ਦੁਨੀਆ ਪੱਧਰ ਤੇ, ਕੋਈ ਫਰਕ ਨਹੀਂ ਪਿਆ, ਬਾਕੀ ਦਾ ਦੇਸ਼ ਦੇ ਵਿੱਚ ਜੋ ਮਾਹੌਲ ਹੈ ਉਹਦੇ ਨਾਲ ਵੀ ਨਹੀਂ ਹੈ। ਇਹ ਸਾਰੀਆਂ ਗੱਲਾਂ ਨੇ ਤੁਸੀਂ ਔਰ ਉਹਨਾਂ ਨੂੰ ਦੇਖ ਕੇ ਹੀ ਸਿਆਸਤ ਦੇ ਵਿੱਚ, ਸਿਆਸਤ ਦੇ ਵੱਲ ਅੰਦੋਲਨ ਨੇ ਉਸ ਪੱਧਰ ਦਾ ਕਦਮ ਰੱਖਿਆ, ਕਿਉਂਕਿ ਸਿਆਸਤ ਅੰਦੋਲਨ ਪਹਿਲਾਂ ਹੀ ਕਰ ਰਿਹਾ, ਮੈਂ ਬਾਰ-ਬਾਰ ਕਹਿ ਰਿਹਾ ਕਿ ਗੈਰ ਸਿਆਸੀ ਨਹੀਂ ਹੈ ਔਰ ਇਹ ਉਸ ਸਿਆਸਤ ਨੂੰ ਭਾਂਜ ਦੇ ਰਿਹਾ ਹੈ ਜਿਹੜੀ ਕਾਰਪੋਰੇਟ ਦੀ ਸਿਆਸਤ ਹੈ, ਜਿਹੜੀ ਫੈਡਰਲਿਜ਼ਮ ਦੇ ਖਿਲਾਫ ਦੀ ਸਿਆਸਤ ਹੈ, ਇਹ ਉਹਦੇ ਮੁਕਾਬਲੇ 'ਚ ਸਟਾਰ ਵਾਂਗ ਖੜਾ ਹੋਇਆ ਹੈ। ਔਰ ਅੱਜ ਨਹੀਂ ਤਾਂ ਘੱਟੋ ਘੱਟ ਨਵੇਂ ਬਿੱਲਾਂ ਦੇ ਖਿਲਾਫ ਤੇ ਬਾਕੀ ਦੇ ਚੀਜ਼ਾਂ ਲਈ ਵੀ ਥੋੜਾ ਬਹੁਤ ਅਸਰ ਪੈਂਦਾ ਉਹਨਾਂ ਦਾ ਸਾਰੇ ਕਿਤੇ। ਇਸ ਕਰਕੇ ਇਹ ਸਿਆਸਤ ਹੋਰ ਜ਼ਿਆਦਾ ਲੰਮੀ ਚੱਲਣੀ ਚਾਹੀਦੀ। ਜੀ ਮੇਰਾ ਆਖਰੀ ਸਵਾਲ ਹੈ ਹਮੀਰ ਸਿੰਘ ਜੀ, ਅੱਗੋਂ ਇੱਕ ਤਾਂ 15 ਅਗਸਤ ਆਜ਼ਾਦੀ ਦਿਹਾੜਾ ਆ ਰਿਹਾ, ਉਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਤਿਆਰੀਆਂ ਮਾੜੀਆਂ ਮੋਟੀਆਂ ਜਿਸ ਤਰੀਕੇ ਨਾਲ ਕਰ ਰਹੇ ਨੇ, ਹਾਲਾਂਕਿ ਕੋਈ ਠੋਸ ਐਕਸ਼ਨ ਜਿਹੜਾ ਹਾਲੇ ਤੱਕ ਉਹ ਸਾਹਮਣੇ ਨਹੀਂ ਆਇਆ। ਉਹਦੇ ਵਿੱਚ ਹੁਣ ਕਿਸਾਨਾਂ ਨੂੰ ਸਨਮਾਨ ਨਿਧੀ ਯੋਜਨਾ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਫਿਰ ਅੱਗੇ ਵਧਾਈ। ਅੱਜ ਮੋਦੀ ਸਰਕਾਰ ਫਿਰ ਕਰੋੜਾਂ ਰੁਪਇਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕਹਿੰਦੇ ਸਿੱਧਾ 2-2000 ਰੁਪਏ ਮਹੀਨੇ ਹਿਸਾਬ ਨਾਲ ਜਿਹੜਾ ਆਉਂਦਾ ਆ, ਸਾਲ 'ਚ 6000 ਰੁਪਇਆ ਉਹ ਦੇਣ ਜਾ ਰਹੇ ਨੇ। ਉਹ ਆਪਣੇ ਆਪ ਨੂੰ ਫਿਰ ਤੋਂ ਕਿਸਾਨ ਹਿਤੈਸ਼ੀ ਹੋਣ ਦਾ ਦਮਗਜਾ ਉਸੇ ਢੰਗ ਨਾਲ ਭਰ ਰਹੇ ਨੇ। ਇਸ਼ਤਿਹਾਰਬਾਜ਼ੀ ਹੋਣੀ ਹੈ ਤਮਾਮ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ, ਸਰਕਾਰ ਨੇ ਕਹਿਣਾ ਕਿ ਅਸੀਂ ਤਾਂ ਕਿਸਾਨਾਂ ਦੇ ਪੱਖ ਵਿੱਚ ਬਹੁਤ ਕੁਝ ਕੀਤਾ। ਨਹੀਂ, ਕਿਸਾਨਾਂ ਨੂੰ ਇੱਕ ਇਨਕਮ ਦੀ ਲੋੜ ਹੈ, ਇਹ 'ਚ ਤਾਂ ਕੋਈ ਦੋ ਰਾਮਾ ਨਹੀਂ, ਪਰ 6000 ਰੁਪਏ ਨਾਲ ਕੀ ਬਣ ਸਕਦਾ? 500 ਰੁਪਏ ਮਹੀਨਾ ਤੁਸੀਂ ਕਿਸੇ ਨੂੰ ਕਹਿ ਦਿਓ ਤੇ 500 ਰੁਪਏ ਮਹੀਨੇ ਦਾ ਦੇ ਮਾਮਲੇ 'ਚ ਹੁਣ ਤਾਂ ਜਿਹੜੇ ਬਜ਼ੁਰਗ ਤੇ ਵਿਧਵਾਵਾਂ ਦੀ ਪੈਨਸ਼ਨ ਵੀ ਸਾਰੀਆਂ ਸਟੇਟਾਂ 'ਚ 500 ਤੋਂ ਉੱਪਰ ਚਲੀ ਗਈ ਹੈ। ਤੁਸੀਂ ਇਹਦੇ ਨਾਲ ਮਜ਼ਾਕ ਕਰ ਰਹੇ ਹੋ। ਜਾਂ ਤਾਂ ਕੋਈ ਲੌਜੀਕਲ ਤਰੀਕਾ ਅਪਣਾਓ ਕਿ ਕਿਸਾਨ ਦੀ ਇੰਨੀ ਆਮਦਨ ਹੈ, ਇੰਨੀ ਉਹਨੂੰ ਖਪਾ ਹੈ, ਅਸੀਂ ਇਹ ਆਮਦਨ ਦੂਰ ਕਰਨੀ ਹੈ। ਜਿਹੜਾ ਘੱਟੋ ਘੱਟ ਆਮਦਨ ਦੀ ਗਰੰਟੀ ਦਾ ਕੋਈ ਪੈਮਾਨਾ ਦੱਸੋ ਦੇਸ਼ ਨੂੰ, ਉਹ ਪੈਮਾਨਾ ਲਾਗੂ ਕਰਕੇ ਫਿਰ ਤੁਸੀਂ ਉਨੀ ਕੁ ਦੇ ਦਿਓ। ਜੇ ਉਹਦੀ ਪਹਿਲਾਂ ਹੀ ਉਸ ਪੈਮਾਨੇ ਤੋਂ ਵੱਧ ਆ ਤਾਂ ਨਾ ਦਿਓ, ਜੇ ਉਸ ਪੈਮਾਨੇ ਤੋਂ ਘੱਟ ਆ ਤਾਂ ਦੇ ਦਿਓ। ਪੈਮਾਨਾ ਤਾਂ ਦੱਸੋ ਕਿੰਨੇ ਪੈਸੇ ਨਾਲ ਚਾਹੀਦਾ ਹੈ। ਤੁਹਾਡਾ ਆਪਣਾ ਵੇਲੇ ਕਹਿ ਰਿਹਾ ਸੀਗਾ ਜਦੋਂ ਜੇਟਲੀ ਉਹਨਾਂ ਨੇ ਇੱਕ ਵਾਰ ਬਜਟ ਪੇਸ਼ ਕਰਦੇ ਕਿ 5 ਬੰਦਿਆਂ ਦੇ ਪਰਿਵਾਰ ਨੂੰ ਘੱਟੋ ਘੱਟ 18,000 ਰੁਪਏ ਮਹੀਨੇ ਦੀ ਆਮਦਨ ਹੋਣੀ ਚਾਹੀਦੀ, ਔਰ ਹੁਣ ਉਹ ਵੱਧ ਕੇ ਮਹਿੰਗਾਈ ਦੇ ਲਿਹਾਜ਼ ਨਾਲ ਲਗਭਗ 24,000 ਰੁਪਇਆ ਹੋ। ਤੇ ਤੁਹਾਡਾ ਐਨਐਸਐਸ ਦਾ ਡਾਟਾ ਇਹ ਕਹਿ ਰਿਹਾ ਹੈ, ਜਿਹੜਾ ਆਪਦਾ ਸਰਕਾਰ ਦਾ ਨੈਸ਼ਨਲ ਲੈਵਲ ਦਾ ਡਾਟਾ ਹੈ, ਕਿ ਉਹ 6,000 ਰੁਪਇਆ ਮਹੀਨਾ ਵੀ ਦੇਸ਼ ਦੀ ਐਵਰੇਜ ਨਹੀਂ ਹੈ ਕਿਸਾਨ ਨੂੰ ਬਣ ਰਿਹਾ। ਪੰਜਾਬ ਵਰਗੇ ਸੂਬੇ 'ਚ ਵੀ 10,000 ਰੁਪਇਆ 11,000 ਰੁਪਇਆ ਬਣਦਾ ਮਹੀਨੇ ਦਾ। ਤਾਂ ਕੀ ਇਹਦੇ ਨਾਲ ਜ਼ਿੰਦਗੀ ਚੱਲਦੀ ਹੈ? ਇਹ ਔਸਤਨ, ਇਹਦਾ ਮਤਲਬ ਇਹ ਹੈ ਕਿ ਵੱਡੇ ਕਿਸਾਨ ਨੂੰ ਜ਼ਿਆਦਾ ਬਣਦਾ, ਉਹ 'ਚ ਜੇ ਛੋਟੇ ਤੇ ਸਮਾਨ ਆ ਗਏ ਜਿਹੜੇ ਉਹਨੂੰ ਤਾਂ ਉਦੋਂ ਵੀ ਘੱਟ ਬਣ ਰਹੇ ਨੇ। ਇਹ ਔਸਤ ਹੈ, ਉਹ ਵਿੱਚ ਲਾ ਕੇ ਆ, ਉਹ ਵੀ ਵਿੱਚ ਆ ਗਏ। ਤਾਂ ਤੁਸੀਂ ਕੀ ਕਰ ਰਹੇ ਹੋ ਫਿਰ ਉਹਨਾਂ ਨੂੰ? ਉਹ ਕਹਿੰਦਾ ਮੈਂ ਕਰਜ਼ੇ ਹੇਠ ਦੱਬਿਆ, ਮੇਰਾ ਕਰਜ਼ਾ ਇੱਕ ਵਾਰ ਮਾਫ ਕਰ ਦਿਓ। ਜੇ ਤੁਸੀਂ ਕਾਰਪੋਰੇਟਾਂ ਦਾ ਕਹਿੰਦੇ ਹੋ, ਉਹ ਕਹਿੰਦੇ ਅਸੀਂ ਨਹੀਂ ਮਾਫ ਕਰਨਾ ਜੀ, ਸਾਡੇ ਕੋਲ ਪੈਸੇ ਹੈ ਨਹੀਂ। ਦੂਜੀ ਉਹ ਕਹਿੰਦਾ ਵੀ ਮੇਰੇ ਨਾਲ ਸਵਾਮੀਨਾਥਨ ਤੇ ਠੱਗੀ ਨਾ ਮਾਰੋ ਤੇ ਸਵਾਮੀਨਾਥਨ ਦੇ ਵਿੱਚ C2+ ਦਿਓ, ਜਿਹੜੀ ਬਾਕੀ ਦਾ ਕਰਜ਼ੇ ਦਾ ਵਿਆਜ ਹੈ, ਠੇਕੇ ਦਾ, ਬਾਕੀ ਚੀਜ਼ਾਂ ਨੇ ਉਹ ਵਿੱਚ ਜੋੜੋ ਤੇ ਉਹ ਜੋੜ ਕੇ ਦਿਓ ਤਾਂ ਕਿ ਮੇਰੀ ਆਮਦਨ ਉਨੀ ਵੱਧ ਜੇ। ਉਹ ਵੀ ਤੁਸੀਂ ਕਰਨ ਲਈ ਤਿਆਰ ਨਹੀਂ ਹੋ। ਫਿਰ ਤੁਸੀਂ 2022 ਆਉਣ ਵਾਲਾ ਇਹ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਹੋਈ ਹੈ। ਆਮਦਨ ਉਹਦੀ ਘਟੀ ਜਾ ਰਹੀ ਹੈ, ਰੀਅਲ ਆਮਦਨ ਜਿਹੜੀ ਹੈ ਉਹਦੇ ਪੈਰਲ ਜਿਹੜੀ ਮਹਿੰਗਾਈ ਵੱਧ ਗਈ, ਜਿਹੜੀ ਕਾਸਟ ਡੀਜ਼ਲ ਦੀ ਕਾਸਟ ਹੀ ਤੁਸੀਂ ਕੱਲੀ ਲਾ ਲਓ ਤੇ ਸਾਰੀਆਂ ਚੀਜ਼ਾਂ ਨੂੰ ਮਾਰ ਜਾਂਦੀ ਹੈ, ਬਾਕੀ ਤਾਂ ਛੱਡੋ। ਜਿੰਨੀ ਖੇਤੀ ਦੇ ਵਿੱਚ ਡੀਜ਼ਲ ਫੁੱਕਦਾ, ਜਿੰਨੀ ਕੀਮਤ ਵੱਧ ਗਈ ਡੀਜ਼ਲ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੋੜ ਕੇ ਉਹਦਾ ਕੋਈ ਮਤਲਬ ਨਹੀਂ ਬਚਦਾ। ਜਿਹੜੀਆਂ ਚੀਜ਼ਾਂ ਉਹ ਕਹਿ ਰਹੇ ਨੇ ਕਿ ਇਹਦੇ ਨਾਲ ਅਸੀਂ ਕਿਸਾਨ ਹਿਤੈਸ਼ੀ ਹੋ ਜਾਵਾਂਗੇ। ਕਿਸਾਨ ਹਿਤੈਸ਼ੀ ਕਿੱਲਾ ਸੰਕੇਤਾਂ ਨਾਲ ਨਹੀਂ ਹੋਇਆ ਜਾਣਾ, ਪਾਲਿਸੀ ਨਾਲ। ਪਾਲਿਸੀ ਤੁਸੀਂ ਕਾਰਪੋਰੇਟ ਦੀ ਫੋਲੋ ਕਰ ਰਹੇ ਹੋ, ਪਾਲਿਸੀ ਤੁਸੀਂ ਤਾਕਤਾਂ ਦੇ ਕੇਂਦਰੀਕਰਨ ਦੀ ਪੈਦਾ ਕਰ ਰਹੇ ਹੋ, ਕਿਸਾਨਾਂ ਨਾਲ ਗੱਲ ਕਰਨ ਲਈ ਤੁਸੀਂ ਤਿਆਰ ਨਹੀਂ ਹੋ। ਅੱਜ ਤੱਕ ਉਹ ਦੇਸ਼ ਦਾ ਕਿਹੜਾ ਦੇਸ਼ ਹੋਏਗਾ ਜਿਹਦੀ ਵੱਡੀ ਗਿਣਤੀ 'ਚ ਲੱਖਾਂ ਬੰਦੇ ਜਿਹੜੇ ਨੇ 8 ਮਹੀਨਿਆਂ ਤੋਂ ਰਾਜਧਾਨੀ ਦੇ ਆਲੇ ਦੁਆਲੇ ਬੈਠੇ ਹੁੰਦੇ ਰਹੇ ਹੋਣ ਤੇ ਉਹਨਾਂ ਲਈ ਪ੍ਰਧਾਨ ਮੰਤਰੀ ਕੋਲ 10 ਮਿੰਟ ਨਾ ਹੋਣ ਕਿ ਉਹਨਾਂ ਦੇ ਲੀਡਰਾਂ ਨੂੰ ਬੁਲਾ ਕੇ ਗੱਲ ਕਰ ਲਓ ਕਦੇ। ਤੇ ਇਹ ਐਰੋਗੈਂਸ ਹੈ। ਤੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ 7 ਸਾਲ ਸੱਤਾ 'ਚ ਹੋ ਗਏ ਹੁਣ, ਇੱਕ ਵੀ ਪ੍ਰੈਸ ਕਾਨਫਰੰਸ ਨਾ ਕਰੇ, ਲੋਕਾਂ ਸਾਹਮਣੇ ਜਵਾਬਦੇਹ ਨਾ ਹੋਵੇ। ਤੇ ਇਹ ਤਾਂ ਡੈਮੋਕ੍ਰੇਸੀ ਦਾ ਸਾਡੇ ਜਲੂਸ ਹੈ, ਸਾਰਾ ਸਾਡੀ ਜਮਹੂਰੀਅਤ ਦਾ ਜਲੂਸ ਹੈ। ਅਸੀਂ ਇਸੇ ਕਰਕੇ ਉਹੀ ਤਾਨਾਸ਼ਾਹ ਰੂਚੀਆ ਤੋਂ ਵੀ ਅਗਲਾ ਸਵਾਲ ਹੈ
ਤਾਨਾਸ਼ਾਹ ਦਾ ਮਤਲਬ ਵੀ ਹੁੰਦਾ ਐਲਾਨ ਕਰਕੇ ਕਹਿੰਦਾ ਮੈਂ ਤਾਨਾਸ਼ਾਹ। ਇਹ ਜਮਹੂਰੀਅਤ ਦੇ ਲਬਾਦੇ 'ਚ ਤਾਨਾਸ਼ਾਹੀ ਕਰ ਰਹੇ ਨੇ। ਜਮਹੂਰੀਅਤ ਦੇ ਲਬਾਦੇ 'ਚ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਉਹ ਜ਼ਿਆਦਾ ਖਤਰਨਾਕ ਹੈ, ਕਿਉਂਕਿ ਲੋਕਾਂ ਨੂੰ ਸਮਝਣ 'ਚ ਕਈ ਵਾਰ ਦੇਰ ਹੋ ਜਾਂਦੀ ਹੈ। ਜਿਹੜੀ ਸਿੱਧੀ ਦਿਖਾਈ ਦਿੰਦੀ ਹੈ ਉਹ ਲੋਕ ਸਮਝ ਜਾਂਦੇ ਨੇ ਕਿ ਠੀਕ ਹੈ ਜੀ, ਅਸੀਂ ਇਹਦੇ ਨਾਲ ਲੜਨਾ। ਇਹਦੀ ਉਹ ਸਮਝ ਰੱਖਣੀ ਪਏਗੀ। ਉਸ ਲੈਵਲ ਦਾ ਇੱਕ ਮਤਲਬ ਜਾਗਰੂਕਤਾ ਮੁਹਿੰਮ ਵੀ, ਉਸ ਲੈਵਲ ਦੀ ਲਾਮਬੰਦੀ ਵੀ, ਉਸ ਲੈਵਲ ਦੇ ਸਾਰੇ ਵਰਗਾਂ ਨੂੰ ਇਕੱਠੇ ਕਰਨ ਦਾ ਵੀ ਸਵਾਲ ਹੈ। ਔਰ ਉਸ ਪਾਲਿਸੀ ਦੇ ਖਿਲਾਫ ਇੱਕ ਵੱਡੀ ਜਦੋਜਹਿਦ ਦੇ ਲਈ ਇੱਕ ਰੋਡ ਮੈਪ ਬਣਨਾ ਚਾਹੀਦਾ। ਔਰ ਅੱਜ ਕਿਸਾਨ ਸੰਸਦ ਜਿਹੜੀ ਸੀ ਉਹਦਾ ਆਖਰੀ ਦਿਨ ਹੈ। ਅੱਜ ਭਾਰਤ ਛੱਡੋ ਅੰਦੋਲਨ ਦਾ ਦਿਨ ਵੀ ਸੀਗਾ, ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਕਿਹਾ, ਕਿਉਂਕਿ ਅਗਲੇ 15 ਅਗਸਤ ਤੋਂ 75 ਸਾਲਾ ਆਜ਼ਾਦੀ ਦਾ ਉਹ ਸ਼ੁਰੂ ਹੋ ਜਾਣਾ, 75ਵਾਂ ਸਾਲ। ਤੇ ਅੱਜ ਦੀ ਜਿਹੜੀ ਦਿਨ ਹੈ, ਅੱਜ ਜਿਹੜਾ ਕਿਸਾਨ ਮੋਰਚੇ ਨੇ ਇੱਕ ਸੱਦਾ ਦਿੱਤਾ ਹੈ, ਮੋਦੀ ਗੱਦੀ ਛੱਡੋ ਤੇ ਕਾਰਪੋਰੇਟੋ ਖੇਤੀ ਛੱਡੋ, ਜਾਂ ਕਾਰਪੋਰੇਟੋ ਭਾਰਤ ਛੱਡੋ। ਇਹ ਸੱਦਾ ਪੋਲੀਟੀਕਲ ਧਿਰ ਦਾ ਹੋਣਾ ਚਾਹੀਦਾ ਸੀ, ਮੋਦੀ ਗੱਦੀ ਛੱਡੋ। ਅਸਲ ਦੇ ਵਿੱਚ ਜਿਹੜਾ ਸਾਰਾ ਕੁਝ ਹੀ ਕਿਸਾਨ ਅੰਦੋਲਨ ਨੂੰ ਕਰਨਾ ਪੈ ਰਿਹਾ ਮਜਬੂਰੀ ਦੇ ਵਿੱਚ, ਇੱਕ ਵੱਡਾ ਸਲੋਗਨ ਦੇ ਕੇ ਸੰਸਦ ਉੱਠ ਰਹੀ ਹੈ, ਮੋਦੀ ਗੱਦੀ ਛੱਡੋ। ਤੇ ਇਹਦਾ ਮਤਲਬ 2024 ਤੋਂ ਪਹਿਲਾਂ ਜਾਂ ਤਾਂ ਹਾਲਾਤ ਇਹੋ ਜਿਹੇ ਬਣਾ ਦਿੱਤੇ ਜਾਣ ਕਿ ਮੋਦੀ ਗੱਦੀ ਛੱਡਣ ਲਈ ਮਜਬੂਰ ਹੋਵੇ, ਨਹੀਂ ਦੇਸ਼ ਦੇ ਵਿੱਚ ਇੱਕ ਪ੍ਰਚਾਰ ਇਹੋ ਜਿਹਾ ਹੋਵੇ ਕਿ 24 ਦੇ ਵਿੱਚ ਹਾਰ ਹੋ ਜੇ। ਇਹ ਐਂਗਲ ਲੈ ਕੇ ਮੋਰਚਾ ਚੱਲਿਆ ਹੁਣ ਅੱਜ ਦੇ ਵਿੱਚ ਜਿਹੜਾ ਐਲਾਨ ਹੋਣਾ ਹੈ ਉਸ ਸਾਰੇ ਮਾਮਲੇ ਦੇ ਵਿੱਚ। ਤੇ ਇਹ ਐਲਾਨ ਇੱਕ ਵੱਡਾ ਐਲਾਨ ਦੇਸ਼ ਦੀ ਸਿਆਸਤ ਨੂੰ ਤਬਦੀਲ ਕਰਨ ਵਾਲਾ ਹੋਏਗਾ। ਦੇਸ਼ ਦੀਆਂ ਵਿਰੋਧੀ ਧਿਰਾਂ ਨੂੰ ਵੀ ਜੇ ਇਸ ਐਲਾਨ ਤੇ ਫੁੱਲ ਨਾ ਚੜਾਏ ਤਾਂ ਉਹਨਾਂ ਨੂੰ ਵੀ ਖਮਿਆਜਾ ਸਿਆਸੀ ਤੌਰ ਤੇ ਭੁਗਤਣਾ ਪਏਗਾ। ਇੱਕ ਗੱਲ ਕਲੀਅਰ ਹੈ ਕਿ ਹੁਣ ਸਿਆਸੀ ਗੁਰਜ ਵੀ ਕਿਸਾਨ ਅੰਦੋਲਨ ਦੇ ਹੱਥ 'ਚ ਹੈ, ਉਹ ਪੋਲੀਟੀਸ਼ੀਅਨ ਦੇ ਹੱਥ 'ਚ ਨਹੀਂ ਰਹੀ। ਵਿਰੋਧੀ ਧਿਰ ਦੇ ਉਹ ਸੱਦਾ ਦੇ ਰਿਹਾ, ਵਿਰੋਧੀ ਧਿਰ ਉਹਨੂੰ ਫੋਲੋ ਕਰ ਰਹੀ ਹੈ। ਉਹ ਵੋਟਰ ਜਿਹਦਾ ਵਿਪ ਜਾਰੀ ਕਰ ਰਿਹਾ, ਵਿਰੋਧੀ ਧਿਰ ਉਹਨੂੰ ਫੋਲੋ ਕਰ ਰਹੀ ਹੈ। ਉਹ ਕਿਸਾਨ ਸੰਸਦ ਲਾ ਰਿਹਾ, ਵਿਰੋਧੀ ਧਿਰ ਦਰਸ਼ਕ ਦੇ ਤੌਰ ਤੇ ਸੁਣਨ ਆ ਰਹੀ ਹੈ। ਉਹ ਬੰਦ ਦਾ ਸੱਦਾ ਦੇ ਰਿਹਾ, ਵਿਰੋਧੀ ਧਿਰ ਹਮਾਇਤ ਕਰ ਰਹੀ ਹੈ। ਹੁਣ ਉਹ ਮੋਦੀ ਤੋਂ ਗੱਦੀ ਛਡਾਉਣ ਦਾ ਸਲੋਗਨ ਦੇ ਰਿਹਾ ਤੇ ਉਹ ਕਾਰਪੋਰੇਟ ਨੂੰ ਛਡਾਉਣ ਦਾ ਸਲੋਗਨ ਦੇ ਰਿਹਾ। ਤਾਂ ਮੈਨੂੰ ਲੱਗਦਾ ਕਾਰਪੋਰੇਟ ਗੱਦੀ ਛੱਡੋ ਤਾਂ ਸ਼ਾਇਦ ਵਿਰੋਧੀ ਧਿਰ ਵੀ ਕਿਸਾਨਾਂ ਦੇ ਨਾਲ ਨਾ ਆਵੇ, ਕਿਉਂਕਿ ਉਹ ਵੀ ਇਸੇ ਦਾਇਰੇ ਦੇ ਵਿੱਚ ਹੈ। ਪਰ ਜੇ ਨਾ ਆਈ ਤਾਂ ਦੇਸ਼ ਦੇ ਵਿੱਚ ਨਵੀਂ ਸਿਆਸਤ ਦਾ ਪੈਦਾ ਹੋਣਾ ਬੜਾ ਸੁਭਾਵਿਕ ਹੈ। ਤੇ ਪਰ ਮੋਦੀ ਗੱਦੀ ਛੱਡੋ ਤੇ ਤਾਂ ਉਹਨਾਂ ਨੂੰ ਆਉਣਾ ਹੀ ਪਏਗਾ ਕਿ ਜੇ ਉਹਨਾਂ ਨੇ ਵੋਟ ਕਿਤੋਂ ਲੈਣੀ ਹੈ। ਇਹ ਕਿਸਾਨ ਅੰਦੋਲਨ ਦੀ ਪੋਲੀਟੀਕਲ ਤਾਕਤ ਹੈ, ਇਹ ਕਿਸਾਨ ਅੰਦੋਲਨ ਦੀ ਪੋਲੀਟੀਕਲ ਸਮਰੱਥਾ ਹੈ, ਜਿਹਨੂੰ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਸ ਵੱਡੇ ਦੇਸ਼ ਲੈਵਲ ਦੇ ਪਰਸਪੈਕਟਿਵ ਤੇ ਦੇਖਣ ਦੀ ਲੋੜ ਹੈ। ਬਿਲਕੁਲ ਜੀ, ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ ਜੀ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਕਿਸਾਨੀ ਅੰਦੋਲਨ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਕਿ ਅੱਜ ਆਖਰੀ ਦਿਨ ਹੈ। ਹੁਣ ਕਿਸਾਨਾਂ ਨੇ ਅੱਗੋਂ ਨਵਾਂ ਪੈਂਤੜਾ ਜਿਹੜਾ ਉਹ ਅਪਣਾਉਣਾ ਹੈ, ਮੋਦੀ ਗੱਦੀ ਛੱਡੋ ਦਾ ਐਲਾਨ ਦੇਣ ਦੇ ਨਾਲ ਵਿਰੋਧੀ ਧਿਰਾਂ ਕਿੰਨਾ ਕੁ ਸਾਥ ਦਿੰਦੀਆਂ, ਕਿਉਂਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਵਿਰੋਧੀ ਧਿਰਾਂ ਦੇ ਕਮਜ਼ੋਰ ਹੋਣ ਦੇ ਨਾਲ ਕਿਤੇ ਨਾ ਕਿਤੇ ਖਤਰਾ ਲੋਕਤੰਤਰ ਦੇ ਲਈ ਬਣਦਾ ਹੈ। ਇਸ ਕਰਕੇ ਵਿਰੋਧੀ ਧਿਰਾਂ ਨੂੰ ਮਜ਼ਬੂਤ ਹੋਣਾ ਪੈਣਾ। ਇਸ ਉੱਤੇ ਅਸੀਂ ਚਰਚਾ ਕੀਤੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।